उठ मूर्खा क्यों होश गवाई जाना है, क्यों नफरत का बीज उगाई जाना है, जात पात ते मजहब का आधार लैके क्यों आपस च सब नूं भड़काई जाना। वाह वे तू आप भुलेखियां च फसिया है, वे तू आप भुलेखियां च फसिया है ते दुनिया नूं भुलेखे च पाई जाना है। ते ओ मैं मतलब एकदम हैरान च हो गए कि बेटा ये तू लिखी है जी। ते मैं उन्हां नूं दस्सिया और उन्हां ने मैनूं जो प्यार दिता ओ मैं अज भी मैं कहां मेरियां अखां भर आंदियां और उस तो बाद वो मेरे गाइड बन केहे वसदे सी सोने असी देश अंदर, इत्थे पूजदे सी गुरुद्वारे मस्जिद मंदिर, हुण पुछदे ने कुरान ग्रंथ सानू, वे तू अजे भी कोड़ घुर लाई जाना। एक मध्यवर्गी परिवार से साडा, 4 भैणां सी और एक छोटा भरा, कोई कमी नहीं सी घर विच। पर पता नहीं क्यों जदों अक्सर रिश्तेदार या कुछ लोग हाय 4 धीआं कहंदे सी ते मैनूं कदी चंगा नहीं सी लगदा जी। वो चीज मैनूं अक्सर चुभदी सी कि क्यों इस तरह क्यों। कुछ कोयले दिलां च मगदे ने ताही तां हर्फ ए बलदे ने, जद दिंदे लोक हवाए नूं अग बन के सीना छलदे ने, तलवार दी धार ते तुरना है, तलवार दी धार ते तुरना है, बर्फां दे वांगू तुरना है। एक 7वीं क्लास ਦੇ ਬੱਚੇ ਦੀ ਕਲਮ ਵਿੱਚ ਇਤਨਾ ਕੋ ਦਮ ਹੈ ਜੋ ਕਿ 4 ਵਰਨਾਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਇੱਕ ਪਿਆਰ ਦੀ, ਇੱਕ ਵਰਨ ਦੀ, ਇੱਕ ਸਰਬ ਸਾਂਝੀ ਦੀ ਗੱਲ ਕਰ ਰਿਹਾ ਹੈ। ਜੇ 7ਵੀਂ ਕਲਾਸ ਦੀ ਕਲਮ ਇੰਨੀ ਭਾਰੀ ਤੇ ਇੰਨੀ ਵਧੀਆ ਲਿਖਦੀ ਸੀ ਤੇ ਜਿਵੇਂ ਅੱਜ ਗੱਲ ਕਰਾਂ ਬਲਵਿੰਦਰ ਜੀ ਆਪ ਜੀ ਵਾਕਈ ਕੀ ਗਿਆਨ ਦੀ ਮੂਰਤ ਅੱਜ ਦੀ ਆਪ ਦੀ ਕਲਮ ਨੇ ਤਾਂ ਬੱਲੇ ਬੱਲੇ ਕਰਾ ਦਿੱਤੀ ਹੋਣੀ ਹੈ। ਖਾਹਿਸ਼ਾਂ ਦੀ ਲੋਥ ਵੀ ਚੁੱਕਣੀ ਹੈ, ਸੁਪਨਿਆਂ ਨੂੰ ਹੱਥੀ ਚਲਾਉਣਾ ਹੈ, ਚਿਹਰੇ ਤੇ ਹਾਸਾ ਪਹਿਨਣ ਲਈ, ਚਿਹਰੇ ਤੇ ਹਾਸਾ ਪਹਿਨਣ ਲਈ ਦਿਲ ਨੂੰ ਸ਼ਮਸ਼ਾਨ ਬਣਾਉਣਾ ਹੈ। ਮੇਰੇ ਮਾਂ-ਬਾਪ ਮੈਂ ਤੁਹਾਨੂੰ ਦੱਸਿਆ ਕਿ ਪਤਾ ਨਹੀਂ ਸ਼ਾਇਦ ਉਹ ਵਕਤ ਦਾ ਤਗਾਜ਼ਾ ਸੀ ਜਾਂ ਸੋਚ ਸੀ, ਉਹ ਬਹੁਤ ਜ਼ਿਆਦਾ ਧੀਆਂ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਸੀ, ਲਿਖਣ ਦਾ ਸ਼ੌਕ ਸੀ ਔਰ ਉਹਨਾਂ ਨੂੰ ਲੱਗਦਾ ਸੀ ਨਹੀਂ ਕੁੜੀਆਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਸਾਹਿਤ ਸਭਾਵਾਂ ਵਿੱਚ ਜਾਣ ਦੀ ਕੋਈ ਇਜਾਜ਼ਤ ਨਹੀਂ ਸੀ ਜੀ। तो एक चिन्ह की रह जाती है अंदर। और मैनू बहुत पढ़न का शौक सी, मैं पढ़ाई च बहुत हुशियार सी, पर और वो तो मैनू जिहड़ा वा 11-12 तो बाद ही चाहते सी कि विआह देईए। डायरी दे विच सांभ रखे सन वरियां तो कुछ सुपने न्यारे, जो सन मेरे दिल विच पलदे, जो सन मैनू बड़े प्यारे। खिड़ के फुल सी बनना चाहते, महक हवा विच भरना चाहते, मौसम दगाबाज सी आया, मौसम दगाबाज सी आया, नेरी ने सी कहर मचाया, पतझड़ डेरा लाके बह गई, पतझड़ डेरा लाके बह गई, रीझां नूं फिर फल ना आया। मैनू लगता सी कि मेरे अंदर कुछ बल रहा है जी। ते फिर मैं सोचा कि इनू किवें कीता जावे, इनू कागज ते ही उतारना मैं हौली हौली शुरू किया उस चीज। ओ सुपने हुण मैनू डराउंदे, मैनू कातिल कह बुलाउंदे, जे दोषी हां तां सजा दिवाओ, जे दोषी हां तां सजा दिवाओ, जां सुपनियां नूं मरनों बचाओ। ठंडे बुरज अंदर तेरे लाल कंबदे, तू गोदी दे विच लुका ले, खून
ਅੱਖੀਆਂ ਚੋਂ ਨਿਕਲਿਆ ਤਾਂ ਹੋਊ ਤੇਰੇ, ਖੂਨ ਅੱਖੀਆਂ ਚੋਂ ਨਿਕਲਿਆ ਤਾਂ ਹੋਊ ਤੇਰੇ, ਉਹ ਅੰਜੂ ਦੱਸ ਕਿਵੇਂ ਛੁਪਾ ਲਏ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ। ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡਾ ਅੱਜ ਇੱਕ ਖਾਸ ਪ੍ਰੋਗਰਾਮ ਹੈ, ਰੂਹਾਂ ਦੀਆਂ ਗੱਲਾਂ। ਰੂਹਾਂ ਦੀ ਗੱਲਾਂ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਇੱਕ ਨਵੇਂ ਮਹਿਮਾਨ, ਇੱਕ ਨਵੀਂ ਹਸਤੀ, ਇੱਕ ਨਵੀਂ ਸ਼ਖਸੀਅਤ ਦੇ ਨਾਲ ਆਪ ਜੀ ਨੂੰ ਰੂਬਰੂ ਕਰਾਉਂਦੇ ਹਾਂ। ਹਮੇਸ਼ਾ ਬੜੇ ਹੀ ਗਿਆਨਵਾਨ, ਸੁਲਝੇ ਹੋਏ, ਗਿਆਨ ਦੀ ਮੂਰਤ, ਵਧੀਆ ਤੋਂ ਵਧੀਆ ਪ੍ਰਚਾਰਕ, ਲੇਖਕ, ਲਿਖਾਰੀ, ਕਵਿਤਰੀ ਸਾਡੇ ਇਸ ਮੰਚ ਤੇ ਆ ਕੇ ਰੂਹ ਦੀਆਂ ਗੱਲਾਂ ਵਿੱਚ ਪਾਰਟਿਸਿਪੇਟ ਕਰਦੇ ਹਨ। ਆਪ ਜੀ ਦੇ ਨਾਲ ਆਪਣੀਆਂ ਰੂਹ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ। ਆਪਣੇ ਸੰਘਰਸ਼, ਜ਼ਿੰਦਗੀ ਦੇ ਬੀਤੇ ਹੋਏ ਉਹ ਜੋ ਕੱਲ ਜਿਨ੍ਹਾਂ ਤੇ ਉਹਨਾਂ ਨੇ ਹਾਰਡ ਵਰਕਿੰਗ ਕੀਤੀ ਹੁੰਦੀ ਹੈ, ਤਾਂ ਉਹਨਾਂ ਨੂੰ ਅੱਜ ਇਹ ਮੁਕਾਮ ਦੀ ਪ੍ਰਾਪਤੀ ਹੁੰਦੀ ਹੈ। ਕਈ ਵਾਰੀ ਐਸੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਜੀਵਨ ਵਿੱਚ ਬਹੁਤ ਸੰਘਰਸ਼ ਹੁੰਦਾ ਹੈ। ਅੱਜ ਮੈਂ ਜਿਸ ਸ਼ਖਸੀਅਤ ਦੀ ਗੱਲ ਕਰਦੀ ਹਾਂ, ਜਾਣੀ ਮਾਣੀ ਹਸਤੀ ਹੈ, ਪਰ ਉਹਦੇ ਜੀਵਨ ਨੂੰ ਕੋਖੀ ਤੇ ਜੀਵਨ ਦੇ ਵਿੱਚ ਬੜੇ ਐਸੇ ਪੜਾਅ ਆਉਂਦੇ ਹਨ ਜਿਨ੍ਹਾਂ ਤੋਂ ਉਹਨਾਂ ਨੂੰ ਗੁਜ਼ਰ ਕੇ ਕਈ ਵਾਰੀ ਆਪਣਾ ਆਪਾ ਖਤਮ ਕਰਨਾ ਪੈਂਦਾ ਹੈ, ਫਿਰ ਖਤਮ ਕਰਕੇ ਵਾਪਸ ਉੱਠਣਾ ਪੈਂਦਾ। ਇੱਕ ਹੋਰ ਗੱਲ ਇਹਦੇ ਨਾਲ ਕਿ ਜਦੋਂ ਧੀ ਜੰਮਦੀ ਹੈ ਤੇ ਮਰਨ ਤੱਕ ਉਹ ਆਪਣੇ ਆਪ ਨੂੰ ਪੁੱਛਦੀ ਹੈ ਕਿ ਮੈਂ ਕੌਣ ਆ ਤੇ ਮੇਰੀ ਪਹਿਚਾਣ ਕੀ ਹੈ। ਸਭ ਕੁਝ ਬਣ ਜਾਂਦੀ, ਧੀ ਬਣ ਜਾਂਦੀ ਹੈ, ਮਾਂ ਵੀ ਬਣ ਜਾਂਦੀ, ਬੇਟੀ, ਭੈਣ, ਦਰਾਣੀ, ਜਠਾਣੀ, ਸੱਸ, ਸਾਰੇ ਰੁਤਬੇ ਅਦਾ ਕਰਦੀ ਆਪਣੇ ਜੀਵਨ ਦੇ ਵਿੱਚ, ਪਰ ਉਸਨੂੰ ਆਪਣੇ ਸਵੈਮਾਨ ਦੀਆਂ ਖੁਸ਼ੀਆਂ, ਆਪਣੇ ਸਵੈਮਾਨ ਤੇ ਆਪਣੇ ਹੋਣ ਦੇ ਲਈ ਹਮੇਸ਼ਾ ਇੱਕ ਸਵਾਲ ਉਹਦੇ ਮਨ ਵਿੱਚ ਆਉਂਦਾ ਹੈ, ਹੂ ਆਈ ਐਮ। ਕਿਉਂ ਉਹਨੂੰ ਸਪੋਰਟ ਵੀ ਕਈ ਵਾਰੀ ਨਹੀਂ ਕੀਤਾ ਜਾਂਦਾ, ਪਰ ਉਹ ਹਮੇਸ਼ਾ ਲੜਦੀ ਹੈ। ਤੇ ਇੱਕ ਅਜਿਹੀ ਹਸਤੀ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਏ ਹਨ। ਉਹ ਇਹਨਾਂ ਨੇ ਵੀ ਕਾਫੀ ਸੰਘਰਸ਼ ਲੜਿਆ, ਪਰ ਜਿੱਥੇ ਸੰਘਰਸ਼ ਲੜਿਆ ਉੱਥੇ ਇਹਨਾਂ ਦੇ ਅੰਦਰ ਸਹਿਨਸ਼ੀਲਤਾ ਵੀ ਬਹੁਤ ਜ਼ਿਆਦਾ ਸੀ। ਔਰਤ ਸਹਿਨਸ਼ੀਲਤਾ ਤੋਂ ਹੀ ਜੰਮੀ ਹੈ। ਕਹਿੰਦੇ ਨੇ ਹਰ ਚੀਜ਼ ਤਲਵਾਰ ਦੀ ਨੋਕ ਤੋਂ ਜੰਮਦੀ ਹੈ, ਉਤਰਦੀ ਹੈ, ਤੇ ਔਰਤ ਆਪਣੇ ਆਪ ਵਿੱਚ ਇੱਕ ਤਲਵਾਰ ਦੀ ਨੋਕ ਵਰਗੀ ਹੈ, ਤਿੱਖੀ ਵੀ ਹੈ, ਸ਼ਾਂਤ ਵੀ ਹੈ। ਜ਼ਬਰ ਆਵੇ ਆਪਣੇ ਦਾਅ ਵੀ ਦਿਖਾਉਂਦੀ ਹੈ, ਪਰ ਜਦੋਂ ਮਿਆਨ ਵਿੱਚ ਹੁੰਦੀ ਹੈ ਹਮੇਸ਼ਾ ਠੰਡੇ ਹੀ ਰਹਿੰਦੀ ਹੈ। ਤਲਵਾਰ ਦੇ ਆਪਣੇ ਗੁਣ ਹੁੰਦੇ ਨੇ, ਇਵੇਂ ਔਰਤ ਦੇ ਅੰਦਰ ਵੀ ਗੁਣ ਹੁੰਦੇ ਨੇ। ਨਿਮਰਤਾ ਦੀ ਭਰੀ ਹੁੰਦੀ ਹੈ, ਗਿਆਨ ਦੀ ਮੂਰਤ ਹੁੰਦੀ ਹੈ, ਹਰ ਉਹਨੂੰ ਪੇਜ, ਹਰ ਪੜਾਅ ਤੋਂ ਲੜਨਾ ਜਾਣਦੀ ਹੈ। ਮੈਂ ਇੱਕ ਛੋਟਾ ਜਿਹਾ ਸ਼ੇਰ ਆਪ ਜੀ ਨੂੰ ਜੀਤ ਸੁਰਜੀਤ ਬੈਲ ਜੀ ਵਾਲਿਆਂ ਦਾ ਬਲਵਿੰਦਰ ਕੌਰ ਜੀ ਆਪਣੇ ਗੈਸਟ ਤੇ ਰੂਬਰੂ ਕਰਾਂਗੀ ਅਤੇ ਆਪ ਜੀ ਨੂੰ ਉਸ ਗੈਸਟ ਦੇ ਨਾਲ ਫਿਰ ਮੁਖਾਤਰ ਕਰਾਂਗੀ। ਫੁੱਲਾਂ ਵਾਂਗੂ ਮਹਿਕਾਂ ਵੰਡਦੇ ਰਹਿਣਾ ਏ, ਬੇਸ਼ੱਕ ਬਾਗ 'ਚ ਖਾਰ ਘਟੇ ਨਾ ਸੂਰਮੀਆਂ। ਮੈਂ ਦੱਸਦੀ ਜਾਵਾਂ, ਬਲਵਿੰਦਰ ਕੌਰ ਖੁਰਾਣਾ ਜੀ ਅੱਜ ਸਾਡੇ ਖਾਸ ਮਹਿਮਾਨ ਨੇ। ਇਹਨਾਂ ਦਾ ਸਵਾਗਤ ਕਰਦੀ ਹਾਂ ਪੰਜਾਬੀ ਵਿਰਾਸਤ ਚੈਨਲ ਤੇ ਪ੍ਰੋਗਰਾਮ ਰੂਹ ਦੀਆਂ ਗੱਲਾਂ ਦੇ ਵਿੱਚ। ਬਲਵਿੰਦਰ ਕੌਰ ਜੀਓ, ਆਪ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਜਾਬੀ ਖਾਲਸਾ ਵਿਰਾਸਤ ਪ੍ਰੋਗਰਾਮ ਤੇ ਚਰਨਜੀਤ ਮੈਮ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਅੱਜ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਉਣ ਦਾ ਇੱਕ ਮੌਕਾ ਦਿੱਤਾ ਹੈ। ਬਹੁਤ ਬਹੁਤ ਸ਼ੁਕਰੀਆ ਚਰਨਜੀਤ ਜੀ। ਸ਼ੁਕਰੀਆ ਆਪ ਜੀ ਦਾ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੇ ਆਪਣੀ ਹਾਜ਼ਰੀ ਭਰੀ ਸ਼ਮੂਲਗੀ ਕੀਤੀ ਹੈਗੀ ਹੈ। ਮੈਂ ਕੋਈ ਲਿਖਾਰੀ ਨਹੀਂ ਹੈਗੀ ਹਾਂ, ਪਰ ਫਿਰ ਵੀ ਜਿੰਨੇ ਅੱਖਰ ਆਪ ਜੀ ਦੀ ਸਿਫਤ ਵਿੱਚ ਆਉਂਦੇ ਨੇ ਉਹਨੇ ਘੱਟ ਨੇ। ਮੈਂ ਬਲਵਿੰਦਰ ਕੌਰ ਜੀ ਦੇ ਬਾਰੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂ। ਬਲਵਿੰਦਰ ਕੌਰ ਜੀ
ਇੱਕ ਬਹੁਤ ਹੀ ਵਧੀਆ ਗਿਆਨ ਦੀ ਮੂਰਤੀ ਹਸਤੀ ਹੈ ਤੇ ਆਪਾਂ ਇਹਨਾਂ ਤੋਂ ਪੁੱਛਦੀ ਹਾਂ ਕਿ ਇਹ ਆਪਣੇ ਦੱਸਣ ਕਿ ਇਹਨਾਂ ਦਾ ਜਨਮ ਕਿੱਥੋਂ ਹੋਇਆ, ਪੜ੍ਹਾਈ ਇਹਨਾਂ ਦੀ ਕਿੱਥੇ ਹੋਈ ਤੇ ਇਹਨਾਂ ਦਾ ਇਹਨਾਂ ਦੀ ਹੀ ਜ਼ੁਬਾਨੀ ਇਹਨਾਂ ਦੀ ਜੀਵਨ ਦੀ ਜਿਹੜੀ ਬਰੀਫਲੀ ਜਿਹੜੀਆਂ ਗੱਲਾਂ ਨੇ ਆਪਾਂ ਇਹਨਾਂ ਤੋਂ ਸਰਵਣ ਕਰਦੇ ਹਾਂ ਤੇ ਇਹਨਾਂ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ ਕਿ ਇਹਨਾਂ ਦੇ ਅੰਦਰ ਉਤਸ਼ਾਹ ਕਿਵੇਂ ਵਧਿਆ ਇਸ ਮੁਕਾਮ ਤੱਕ ਪਹੁੰਚਣ ਦੇ ਲਈ। ਹਾਂਜੀ ਚਰਨਜੀਤ ਜੀ, ਜਨਮ ਮੇਰਾ ਪੰਜਾਬ ਦੇ ਤਰਨਤਾਰਨ ਵਿੱਚ ਹੋਇਆ, ਸ਼ਹਿਰ ਵਿੱਚ, ਅੰਮ੍ਰਿਤਸਰ ਦੇ ਨਾਲ ਹੈ ਤਰਨਤਾਰਨ ਇੱਕ ਸ਼ਹਿਰ, ਉੱਥੇ ਮੇਰਾ ਹੋਇਆ। ਪੜ੍ਹਾਈ ਲਿਖਾਈ ਵੀ ਮੇਰੀ ਜ਼ਿਆਦਾਤਰ ਉੱਥੇ ਹੀ ਹੋਈ। ਔਰ ਠੀਕ ਮੱਧ ਵਰਗੀ ਪਰਿਵਾਰ ਸੀ ਸਾਡਾ, 4 ਭੈਣਾਂ ਸੀ ਔਰ ਇੱਕ ਛੋਟਾ ਭਰਾ। ਕੋਈ ਕਮੀ ਨਹੀਂ ਸੀ ਘਰ ਵਿੱਚ। ਪਰ ਪਤਾ ਨਹੀਂ ਕਿਉਂ ਜਦੋਂ ਅਕਸਰ ਰਿਸ਼ਤੇਦਾਰ ਜਾਂ ਕੁਝ ਲੋਕ ਹਾਏ 4 ਧੀਆਂ ਕਹਿੰਦੇ ਸੀ ਤੇ ਮੈਨੂੰ ਕਦੀ ਚੰਗਾ ਨਹੀਂ ਸੀ ਲੱਗਦਾ ਜੀ। ਉਹ ਚੀਜ਼ ਮੈਨੂੰ ਅਕਸਰ ਚੁਭਦੀ ਸੀ ਕਿ ਕਿਉਂ ਇਸ ਤਰ੍ਹਾਂ, ਕਿਉਂ। ਤੇ ਬਾਕੀ ਠੀਕ ਸੀ, ਪਰਿਵਾਰ, ਲਿਖਣ ਦਾ ਸ਼ੌਕ ਸੀ ਸ਼ੁਰੂ ਤੋਂ ਹੀ, ਬਸ ਪੜ੍ਹਾਈ ਲਿਖਾਈ ਹੋਈ, ਜ਼ਿੰਦਗੀ ਆਪਣੀ ਚਲਦੀ ਰਹੀ ਆਪਣੀ ਚਾਲ। ਬਸ ਇਸ ਤਰ੍ਹਾਂ ਦਾ ਸਧਾਰਨ ਜੇ ਬੱਚਿਆਂ ਵਰਗਾ ਵੀ ਮੇਰਾ ਵੀ ਬਚਪਨ ਸੀ, ਜਿਸ ਤਰ੍ਹਾਂ ਬਾਕੀ ਸਧਾਰਨ ਬੱਚਿਆਂ ਦਾ ਹੁੰਦਾ ਹੈ ਜੀ। ਹਾਂਜੀ। ਆਪ ਜੀ ਨੇ ਕਿੰਨੀ ਪੜ੍ਹਾਈ ਕੀਤੀ, ਕਿੰਨੀ ਵਿਦਿਆ ਹਾਸਲ ਕੀਤੀ ਆਪ ਜੀ ਨੇ? ਮੈਂ ਚਰਨਜੀਤ ਗਿਆਨੀ ਕੀਤੀ, BA MA ਕੀਤੀ ਪੰਜਾਬੀ ਦੀ। ਫਿਰ ਮੇਰਾ ਵਿਆਹ ਹੋ ਗਿਆ ਸੀ, MA ਦੇ ਬਾਅਦ ਹੀ MA ਕਰ ਰਹੀ ਸੀ ਤੇ ਮੇਰਾ ਰਿਜ਼ਲਟ ਬਾਅਦ ਚ ਆਇਆ ਸੀ। ਫਿਰ ਮੈਂ ਵਿਆਹ ਤੋਂ ਬਾਅਦ B.Ed ਕੀਤੀ, MA B.Ed ਤੱਕ ਮੇਰੀ ਪੜ੍ਹਾਈ ਹੈ। ਫਿਰ ਉਸ ਤੋਂ ਬਾਅਦ ਮੈਂ ਸਕੂਲ ਚ ਦਿੱਲੀ ਚ ਮੇਰਾ ਵਿਆਹ ਹੋਇਆ ਔਰ ਫਿਰ ਮੈਂ B.Ed ਕੀਤੀ ਇੱਥੇ ਔਰ ਉਸ ਤੋਂ ਬਾਅਦ ਮੇਰੀ ਅਧਿਆਪਕ ਦੀ ਨੌਕਰੀ ਲੱਗੀ ਔਰ ਪੰਜਾਬੀ ਲੈਕਚਰਰ ਦੇ ਤੌਰ ਤੇ ਮੈਂ ਹੁਣ ਪਿਛਲੇ ਸਾਲ ਰਿਟਾਇਰ ਹੋਈ ਹਾਂ। ਮਤਲਬ ਆਪ ਜੀ ਨੇ ਵਿਆਹ ਤੋਂ ਬਾਅਦ ਬਾਕੀ ਦੀ ਜਿਹੜੀ ਰਹਿੰਦੀ ਪੜ੍ਹਾਈ ਲਿਖਾਈ ਸੀ, ਐਜੂਕੇਸ਼ਨ ਸੀ, ਆਪਨੇ ਵਿਆਹ ਤੋਂ ਬਾਅਦ ਕੀਤੀ, ਭਾਵ ਕਿ ਘਰਦਿਆਂ ਨੇ ਬਹੁਤ ਜ਼ਿਆਦਾ ਸਪੋਰਟ ਤੇ ਸਹਿਯੋਗ ਦਿੱਤਾ ਹੋਣਾ? ਨਹੀਂ, ਬਿਲਕੁਲ। ਮੇਰੇ ਮਾਂ-ਬਾਪ, ਮੈਂ ਤੁਹਾਨੂੰ ਦੱਸਿਆ ਵੀ ਪਤਾ ਨਹੀਂ ਸ਼ਾਇਦ ਉਹ ਵਕਤ ਦਾ ਤਗਾਜ਼ਾ ਸੀ ਜਾਂ ਸੋਚ ਸੀ, ਉਹ ਬਹੁਤ ਜ਼ਿਆਦਾ ਧੀਆਂ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਸੀ। ਲਿਖਣ ਦਾ ਸ਼ੌਕ ਸੀ ਔਰ ਉਹਨਾਂ ਨੂੰ ਲੱਗਦਾ ਸੀ ਨਹੀਂ, ਕੁੜੀਆਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਸਾਹਿਤ ਸਭਾਵਾਂ ਵਿੱਚ ਜਾਣ ਦੀ ਕੋਈ ਇਜਾਜ਼ਤ ਨਹੀਂ ਸੀ ਜੀ। तो एक चिन्ह ही रह जाती है अंदर। और मैनू बहुत पढ़न का शौक सी, मैं पढ़ाई च बहुत हुशियार सी, पर और वो तो मैनू जिहड़ा वा 11-12 तो बाद ही चाहते सी कि विआह देईए, पर मेरी जिद करके मैं MA तक कर लिया और फिर उन्होंने MA च पढ़दे ही मेरा विआह कर दिता। और फिर मैं जिहड़े मैनू सी कि मैं एक नौकरी करनी है, अपने पैरों ते स्टैंड होना, और विआह तो बाद हालात भी कुछ इस तरह के बन गए कि फाइनैंशली असी काफ़ी डाउन हो गए और मैनू लग्या कि मैं कुछ कर सकती हाँ। तो मैं मतलब हालात घर दे भी इधर भी थोड़े ठीक नहीं सी, बहुत सारिया प्रॉब्लम्स आ गई सी उस वक्त, पर मैं हिम्मत की, मैं B.Ed की और B.Ed तो बाद मैं टैसट क्लीयर किए और मैं पहले पब्लिक स्कूल च ते फिर मैं गवर्नमेंट स्कूल च मेरी जिहड़ी है जॉब लग गई। ਪਬਲਿਕ ਗੁਰੂ ਨਾਨਕ ਪਬਲਿਕ ਸਕੂਲ ਦਿੱਲੀ ਵਿਖੇ ਆਪ ਜੀ ਪੜਾਉਂਦੇ ਸੀਗੇ? ਹਾਂਜੀ ਹਾਂਜੀ, ਮੈਂ ਗੁਰੂ ਨਾਨਕ ਪਬਲਿਕ ਸਕੂਲ ਖਾਲਸਾ ਸਕੂਲ ਚ ਪੜਾਇਆ ਕੁਝ ਦੇਰ ਸਾਲ ਕੋ। ਤੁਹਾਡੇ ਪੰਜਾਬੀ ਕੀ ਸੀ ਜਾਂ ਹੋਰ ਕੋਈ ਵੀ ਸਨ ਸਬਜੈਕਟ? ਨਹੀਂ, ਸਬਜੈਕਟ ਤਾਂ ਮੇਰਾ MA ਤੇ ਮੈਂ ਪੰਜਾਬੀ ਚ ਕੀਤੀ ਹੋਈ ਹੈ, ਬਾਕੀ ਤੁਹਾਨੂੰ ਪਤਾ ਹੀ ਹੈ ਗ੍ਰੈਜੂਏਸ਼ਨ ਚ ਤਾਂ ਬੜੇ ਸਾਰੇ ਸਬਜੈਕਟ ਹੋਰ ਵੀ ਸਬਜੈਕਟ ਹੁੰਦੇ ਆ। ਹਿਸਟਰੀ ਸੀ, ਪੋਲੀਟੀਕਲ ਸਾਇੰਸ ਸੀ, ਇੰਗਲਿਸ਼ ਸੀ। ਪੋਲੀਟੀਕਲ ਸਾਇੰਸ ਵੀ ਮੇਰਾ ਫੇਵਰਿਟ ਸਬਜੈਕਟ ਰਿਹਾ ਔਰ ਬਾਕੀ ਪੰਜਾਬੀ ਮੇਰਾ ਜਿਹੜਾ ਸੀ ਪੈਸ਼ਨ ਸੀਗਾ, ਬਸ ਵੱਲ ਆ ਗਏ। ਹਾਂਜੀ, ਗੱਲ ਪੁੱਛਣਾ ਚਾਹਾਂਗੀ ਕਿ ਤੁਸੀਂ ਕਹਿੰਦੇ ਹੋ ਕਿ ਮੈਨੂੰ ਲਿਖਣੇ ਦਾ ਸ਼ੌਂਕ ਪਹਿਲਾਂ ਹੀ ਸੀ ਜੀ। ਮੈਂ ਕਿ ਤੁਹਾਡੇ ਪਿਛੋਕੜ ਵਿੱਚ ਦਾਦਾ ਜੀ ਜਾਂ ਘਰ ਦੇ ਕੋਈ ਹੋਰ ਮੈਂਬਰ ਸਾਹਿਬਾਨ ਬਜ਼ੁਰਗ ਲਿਖਦੇ ਸਨ ਜਾਂ ਇਹ ਸ਼ੌਂਕ ਸਿਰਫ ਤੁਹਾਡੇ ਵੱਲੋਂ ਹੀ ਉਪਜਿਆ ਸੀਗਾ? एक्चुअली मैनू सीधे तौर ते किसी वालों कुछ नहीं किया गया या ना मैनू किसी वालों कोई इहो जी सपोर्ट मिली, पर मैनू इन्ना पता है मैं कदी अपने घर की सफाई करती सी तो मैनू अपने फादर दियां अपने कापियां कुछ मिलियां सी जिन्हां च कुछ शेयर लिखे हुंदे सी और
ਸ਼ਾਇਦ ਉਹਨਾਂ ਨੂੰ ਵੀ ਥੋੜਾ ਸ਼ੌਕ ਰਿਹਾ ਸੀ ਆਪਣੇ ਵਕਤ, ਪਰ ਉਹਨਾਂ ਨੇ ਸਾਡੇ ਨਾਲ ਕਦੀ ਜ਼ਿਕਰ ਨਹੀਂ ਸੀ ਕੀਤਾ ਇਸ ਚੀਜ਼ ਦਾ। ਹਾਂ, ਮੇਰੇ ਭੂਆ ਜੀ ਨੂੰ ਵੀ ਥੋੜਾ ਲਿਖਣ ਦਾ ਸ਼ੌਕ ਸੀ, ਕਿਉਂਕਿ ਉਹ ਕਾਬੁਲ ਤੋਂ ਆਏ ਸੀ ਔਰ ਉਹਨਾਂ ਨਾਲ ਕਾਫੀ ਟ੍ਰੈਜਡੀ ਹੋਈ ਸੀ। ਉਹਨਾਂ ਦਾ ਪਿਛੋਕੜ ਕਾਬੁਲ ਦਾ ਸੀ ਤੇ ਉਹਨਾਂ ਨੇ ਉਹਦੇ ਬਾਰੇ ਇੱਕ ਕਿਤਾਬ ਵੀ ਲਿਖੀ ਸੀ, ਆਸ ਦੀ ਕਿਰਨ, ਔਰ ਉਹ ਕਿਤਾਬ ਮੈਂ ਪੜ੍ਹੀ ਸੀ, ਪਰ ਉਹ ਕਿਤਾਬ ਉਹ ਛਪਵਾ ਨਹੀਂ ਸਕੇ ਸੀ। ਤੇ ਜੀ ਪਤਾ ਨਹੀਂ, ਸ਼ਾਇਦ ਅਗਰ ਵਿਰਸੇ ਦਾ ਕੁਝ ਗੁਣ ਮੇਰੇ ਚ ਥੋੜਾ ਆਇਆ ਹੋਵੇ ਤੇ ਮਤਲਬ ਇਹੀ ਹੋ ਸਕਦਾ ਹੈ। ਬਾਕੀ ਮੈਨੂੰ ਸਿੱਧੇ ਤੌਰ ਤੇ ਕੁਝ ਨਹੀਂ ਪਤਾ। ਨਹੀਂ, ਮੈਨੂੰ ਸ਼ੁਰੂ ਤੋਂ ਹੀ ਮਤਲਬ ਕਵਿਤਾਵਾਂ ਬਹੁਤ ਚੰਗੀਆਂ ਲੱਗਦੀਆਂ ਸੀ। ਮੈਂ ਅਗਰ ਤੁਹਾਨੂੰ ਦੱਸਾਂ, ਮੈਨੂੰ ਪਹਿਲੀ ਦੂਜੀ ਦੀਆਂ ਕਵਿਤਾਵਾਂ ਅਜੇ ਤੱਕ ਯਾਦ ਹੈ। ਮੈਂ ਉਹਨਾਂ ਨੂੰ ਰਟਦੀ ਸੀ ਤੇ ਮੈਨੂੰ ਚੰਗਾ ਲੱਗਦਾ ਸੀ। ਔਰ ਸ਼ਾਇਦ ਕੁਝ ਚਿਣਕ ਹੁੰਦੀ ਹੈ ਕਿ ਮਤਲਬ ਮੈਂ ਬਹੁਤ ਜ਼ਿਆਦਾ ਭਾਵੁਕ ਕਿਸਮ ਦੀ ਸੀ। ਜਿਹੜੀ ਚੀਜ਼ ਮੈਨੂੰ ਹਰਟ ਕਰ ਜਾਂਦੀ ਸੀ ਤੇ ਮੈਨੂੰ ਲੱਗਦਾ ਸੀ ਕਿ ਮੇਰੇ ਅੰਦਰ ਕੁਝ ਬਲ ਰਿਹਾ ਹੈ। ਜੀ ਤੇ ਫਿਰ ਮੈਂ ਉਹਨੂੰ ਸੋਚਿਆ ਕਿ ਇਹਨੂੰ ਕਿਵੇਂ ਕੀਤਾ ਜਾਵੇ, ਇਹਨੂੰ ਕਾਗਜ਼ ਤੇ ਹੀ ਉਤਾਰਨਾ ਮੈਂ ਹੌਲੀ ਹੌਲੀ ਸ਼ੁਰੂ ਕੀਤਾ। ਉਸ ਚੀਜ਼, ਜੋ ਜੀ ਚੀਜ਼ ਮੈਨੂੰ ਚੁੱਭ ਜਾਂਦੀ, ਜੋ ਚੀਜ਼ ਮੈਨੂੰ ਚੰਗੀ ਨਾ ਲੱਗਦੀ, ਤੇ ਜੀ ਮੈਂ ਬਚਪਨ ਚ ਤਾਂ ਰੋ ਪੈਂਦੀ ਸੀ, ਕਾਫੀ ਕਰ ਦਿੰਦੀ ਸੀ। ਪਰ ਫਿਰ ਥੋੜੀ ਵੱਡੀ ਹੋਈ ਤੇ ਉਹਨੂੰ ਮੈਂ ਥੋੜਾ ਕਾਗਜ਼ ਤੇ ਉਤਾਰਨਾ ਸ਼ੁਰੂ ਕੀਤਾ। ਜੀ ਉਹਨੂੰ ਹਰਫਾਂ ਦੇ ਵਿੱਚ ਲਿਖ ਕੇ ਉਹਨਾਂ ਨੂੰ ਤੁਸੀਂ ਇੱਕ ਸੁਨਹਿਰੀ ਕਿਤਾਬਾਂ ਦਾ ਰੂਪ ਦੇ ਛੱਡਿਆ। ਇੱਥੇ ਸਾਡੇ ਜੀ ਸੁਰਜੀਤ ਜੀ ਨੇ ਇੱਕ ਬੜਾ ਵਧੀਆ ਸ਼ੇਰ ਲਿਖਿਆ ਹੈ, ਅੱਜ ਕਲਮ ਨੇ ਉਕਰੇ ਹਰਫ ਲਹੂ ਵਿੱਚ ਰੰਗੇ, ਜੀਤ ਇਬਾਰਤ ਪਲਕ ਦੀ ਹੋਣੀ ਫੇਰ ਨੇ ਰੋਈ। ਕੁਛ ਗੱਲਾਂ ਐਸੀਆਂ ਹੁੰਦੀਆਂ ਨੇ ਜੋ ਜੀਵਨ ਦੇ ਨਾਲ ਸਾਡੇ ਟੁਕਦੀਆਂ ਨੇ। ਹਰ ਇਨਸਾਨ ਰੂਹ ਦੇ ਅੰਦਰੋਂ ਲਿਖਦਾ ਹੈ, ਉਹਦੇ ਅੰਦਰ ਜੋ ਭਖਦਾ ਹੁੰਦਾ ਉਹੀ ਉਹਦੇ ਹਰਫਾਂ ਚੋਂ ਨਿਕਲਦਾ ਹੈ। ਤੇ ਤੁਸੀਂ ਆਪਣੀ ਜ਼ਿੰਦਗੀ ਦਾ ਕੁਝ ਇਹੋ ਜਿਹਾ ਖੂਬਸੂਰਤ ਪਲ ਜਿਸ ਵਿੱਚ ਆਪਨੇ ਪਹਿਲੀ ਵਾਰ ਕੋਈ ਕਵਿਤਾ ਮੰਚ ਦੇ ਉੱਪਰ ਪੜ੍ਹੀ ਹੋਵੇ ਤੇ ਉਹਦੇ ਵੀ ਉਸ ਤੋਂ ਬਾਅਦ ਤੁਹਾਨੂੰ ਕਾਫੀ ਐਪਰੀਸ਼ੀਏਸ਼ਨ, ਹੱਲਾਸ਼ੇਰੀ ਮਿਲੀ ਹੋਵੇ, ਉਹ ਘੜੀ ਪਲ ਕਦੋਂ ਸੀ? ਉਸ ਬਾਰੇ ਥੋੜਾ ਮੈਂ ਜਿਹਾ ਦੱਸੋ। ਚਰਨਜੀਤ, ਮੈਂ ਤੁਹਾਨੂੰ ਦੱਸਿਆ ਕਿ ਛੋਟੀ 5ਵੀਂ 6ਵੀਂ ਚ ਹੀ ਹੋਵਾਂਗੀ। ਜੀ ਮੈਨੂੰ ਜੋ ਚੀਜ਼ ਚੰਗੀ ਲੱਗਦੀ ਸੀ ਮੈਂ ਉਸ ਤੇ ਲਿਖ ਲੈਂਦੀ ਸੀ। ਕਦੀ ਕਦੀ ਅਸੀਂ ਰਾਮਲੀਲਾ ਵੇਖਣ ਚਲੇ ਜਾਂਦੇ ਸੀ। ਪੰਜਾਬ ਚ ਤੁਹਾਨੂੰ ਪਤਾ ਦੁਸਹਿਰੇ ਦੇ ਦਿਨਾਂ ਚ ਲੱਗਦੀ ਹੈ ਰਾਮਲੀਲਾ। ਉਹ ਸਰਵਣ ਦਾ ਪਾਤਰ ਬੜਾ ਚੰਗਾ ਲੱਗਦਾ ਸੀ। ਸਰਵਣ ਤੇ ਮੈਂ ਕਦੀ ਲਾਈਨਾਂ ਲਿਖ ਲੈਂਦੀ ਸੀ, ਕਦੀ, ਪਰ ਉਹ ਮੇਰੀਆਂ ਕਾਪੀਆਂ ਚ ਹੀ ਰਹਿ ਜਾਂਦੀਆਂ ਸੀ। ਤੇ ਮੈਂ ਇੱਕ ਕਵਿਤਾ ਲਿਖੀ ਤੇ ਮੇਰੀ ਇੱਕ ਸਹੇਲੀ ਸੀ, ਉਹ ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਕੁਝ ਨਾ ਕੁਝ ਝਰੀਟਦੀ ਰਹਿੰਦੀ ਹਾਂ, ਤੇ ਉਹਨੇ, ਸਾਡੇ ਪੰਜਾਬੀ ਦੇ ਅਧਿਆਪਕ ਹੁੰਦੇ ਸੀ, ਸਾਡੇ ਸਰ ਹੁੰਦੇ ਸੀ ਸੁਰਜੀਤ ਸਰ, ਬਹੁਤ ਮੈਂ ਅੱਜ ਵੀ ਉਹਨਾਂ ਦੀ ਇੱਜ਼ਤ ਕਰਦੀ ਹਾਂ। ਤੇ ਜੀ ਉਹਨਾਂ ਨੂੰ ਕਿਤੇ ਦਿਖਾ ਦਿੱਤੀ ਤੇ ਉਹ ਮੈਂ ਮਤਲਬ ਇੱਕਦਮ ਹੈਰਾਨ ਜਿਹੀ ਹੋ ਗਏ ਕਿ ਬੇਟਾ ਇਹ ਤੂੰ ਲਿਖੀ ਹੈ। ਜੀ ਤੇ ਮੈਂ ਉਹਨਾਂ ਨੂੰ ਦੱਸਿਆ ਔਰ ਉਹਨਾਂ ਨੇ ਮੈਨੂੰ ਜੋ ਪਿਆਰ ਦਿੱਤਾ, ਉਹ ਮੈਂ ਅੱਜ ਵੀ ਮੈਂ ਕਹਾਂ ਮੇਰੀਆਂ ਅੱਖਾਂ ਭਰ ਆਉਂਦੀਆਂ। ਔਰ ਉਸ ਤੋਂ ਬਾਅਦ ਉਹ ਮੇਰੇ ਗਾਈਡ ਬਣ ਗਏ। ਉਹਨਾਂ ਨੇ ਕਹਿਣਾ ਤੂੰ ਕੁਝ ਵੀ ਲਿਖ, ਤੂੰ ਮੈਨੂੰ ਦਿਖਾ। ਔਰ ਮੈਂ ਕੁਝ ਲਿਖਣਾ ਕਵਿਤਾ ਤੇ ਮੈਂ ਉਹਨਾਂ ਨੂੰ ਦਿਖਾਣੀ। ਉਹਨਾਂ ਨੇ ਮੇਰੀ ਕਈ ਵਾਰੀ ਉਹਦੇ ਚ ਥੋੜਾ ਸੁਧਾਰ ਵੀ ਕਰ ਦੇਣਾ। ਔਰ ਇਸ ਤਰ੍ਹਾਂ ਮਤਲਬ ਹੌਲੀ ਹੌਲੀ ਜਿਹੜਾ ਸੀ ਮੇਰੇ ਚ, ਮੈਂ ਕਹਾਂ ਮੈਨੂੰ ਉਤਸ਼ਾਹ ਮਿਲਿਆ ਤੇ ਉਹਨਾਂ ਵੱਲੋਂ ਪਹਿਲਾ ਇਨਸਾਨ ਉਹ ਸੀ, ਮੈਨੂੰ ਉਹਨਾਂ ਤੋਂ ਉਤਸ਼ਾਹ ਮਿਲਿਆ ਲਿਖਣ ਦਾ। ਫਿਰ ਮੈਂ ਸਕੂਲ ਦੇ ਸਟੇਜ ਉੱਤੇ ਕੁਝ ਕਵਿਤਾਵਾਂ ਬੋਲੀਆਂ, ਉਹ ਵੀ ਸਭ ਨੇ ਬਹੁਤ ਪਸੰਦ ਕੀਤੀਆਂ। ਮੇਰੀਆਂ ਸਹੇਲੀਆਂ ਬਹੁਤ ਪਸੰਦ ਕਰਦੀਆਂ ਸੀ। ਮੈਨੂੰ ਇਹ ਤੇ ਹੈ ਕਿ ਸਕੂਲੋਂ ਹਮੇਸ਼ਾ ਮੈਨੂੰ ਉਤਸ਼ਾਹ ਮਿਲਦਾ ਰਿਹਾ ਹੈ, ਚਾਹੇ ਮੈਂ ਇੱਕ ਵਿਦਿਆਰਥੀ ਦੇ ਤੌਰ ਤੇ ਰਹੀ ਤੇ ਚਾਹੇ ਮੈਂ ਇੱਕ ਅਧਿਆਪਕ ਦੇ ਤੌਰ ਤੇ ਰਹੀ। ਮੇਰੇ ਸਾਥੀ ਅਧਿਆਪਕਾਂ ਨੇ, ਮੇਰੀਆਂ ਜਿਹੜੇ ਨਾਲ ਕੁਲੀਗ ਸੀ, ਉਹਨਾਂ ਨੇ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ ਇਸ ਚੀਜ਼ ਬਾਰੇ। ਤੇ ਇਸ ਤਰ੍ਹਾਂ ਹੀ ਮੇਰਾ ਇਹ ਜਿਹੜਾ ਸੀ ਸ਼ੌਕ ਥੋੜਾ ਵਧਿਆ। ਪਰ ਜਿਹੜਾ ਜ਼ਿਕਰ ਘਰ ਤੁਸੀਂ ਦੇ ਜਿਹੜਾ ਜ਼ਿਕਰ ਤੁਸੀਂ ਕਰਦੇ ਪਏ ਸੀ ਕਿ 7ਵੀਂ ਕਲਾਸ ਵਿੱਚ ਤੁਸੀਂ ਇੱਕ ਕਵਿਤਾ ਸਕੂਲ ਵਿੱਚ ਪੜ੍ਹੀ ਸੀਗੀ, ਉਸ ਕਵਿਤਾ ਦੇ ਕੁਝ ਬੋਲ ਆਪ ਜੀ ਦੱਸਣਾ ਕਰੋ, ਉਹ ਕਿਹੜੇ ਜੀ, ਬੋਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਹਿਲੀਆਂ ਕਵਿਤਾਵਾਂ ਤੇ ਮੈਂ ਸੰਭਾਲੀਆਂ ਨਹੀਂ। ਇਹ ਕਵਿਤਾ ਜੋ ਮੇਰੇ ਸਰ ਨੇ ਨੂੰ ਮੈਂ ਦਿਖਾਈ ਸੀ, ਉਹ ਮੈਂ, ਕਿਉਂਕਿ ਉਹ ਕਵਿਤਾ ਭਾਵੇਂ ਇੱਕ 7ਵੀਂ ਜਮਾਤ ਦੇ ਬੱਚੇ ਦਾ ਤੁਸੀਂ ਸੋਚ ਸਕਦੇ ਹੋ ਕਿ ਕਿਹੋ ਜਿਹੀ ਮਾਨਸਿਕ ਸਥਿਤੀ ਹੁੰਦੀ ਹੈ। ਜੀ ਭਾਵੇਂ ਹੋ ਸਕਦਾ ਇਸ ਕਵਿਤਾ 'ਚ ਕੁਝ ਕਮੀਆਂ ਹੋਣ। ਚੁੱਪ ਦੀ ਆਵਾਜ਼, ਮੈਂ ਉਹਦਾ ਨਾਮ ਦਿੱਤਾ ਸੀ। ਜੀ
उठ मूर्खा क्यों होश गवाई जाना है, उठ मूर्खा क्यों होश गवाई जाना है, क्यों नफरत दा बीज उगाई जाना है, जात पात ते मजहब दा आधार लैके क्यों आपस च सब नूं भड़काई जाना। वाह वे तू आप भुलेखियां च फसिया है, वे तू आप भुलेखियां च फसिया है ते दुनिया नूं भुलेखे च पाई जाना है। उठ मूर्खा क्यों होश गवाई जाना है। वे तू भुल गया नानक ते राम नूं, वे तू भुल गया नानक ते राम नूं ते तैनू ईसा दी रही पछाण कोई ना। वे तू गैरां दे इशारियां ते पिया नचे, तैनू अपनियां दी रही पछाण कोई ना। वे तू संभल जा हुण ते चंदरिया वे, वे तू संभल जा हुण ते चंदरिया वे कानों तू खून कराई जाना है। उठ मूर्खा क्यों होश गवाई जाना। केहे वसदे सी सोहणे असी देश अंदर, केहे वसदे सी सोहणे असी देश अंदर, इत्थे पूजदे सी गुरुद्वारे मस्जिद मंदिर, हुण पुछदे ने कुरान ग्रंथ सानू। वे तू अजे भी कोड़ कूर लाई जाना है, वे तू वाह अजे भी कोड़ कूर लाई जाना है। उठ मूर्खा क्यों होश गवाई जाना है। जिथों तक पहुंचे मेरी आवाज, शहीदां दे गीत दा है एहो ही साज। देश नूं मुड़ सोने दी चिड़ी बनाउणा असी, ते आपस च खिचड़ी हो जाना असी। आओ अज तो प्रण करिए, देश खुशहाल बनावांगे, सारियां दुश्वारियां दूर करके तहजीब नूं सट ना लावांगे, तहजीब नूं सट ना लावांगे। वाह 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 बहुत खूब। एक 7वीं क्लास ਦੇ ਬੱਚੇ ਦੀ ਕਲਮ ਵਿੱਚ ਇਤਨਾ ਕੋ ਦਮ ਹੈ ਜੋ ਕਿ ਚਾਰ ਵਰਨਾਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਇੱਕ ਪਿਆਰ ਦੀ ਇੱਕ ਵਰਨ ਦੀ ਇੱਕ ਸਰਬ ਸਾਂਝੀ ਦੀ ਗੱਲ ਕਰ ਰਿਹਾ ਹੈ। ਜੇ 7ਵੀਂ ਕਲਾਸ ਦੀ ਕਲਮ ਇੰਨੀ ਭਾਰੀ ਤੇ ਇੰਨੀ ਵਧੀਆ ਲਿਖਦੀ ਸੀ ਤੇ ਜਿਵੇਂ ਅੱਜ ਗੱਲ ਕਰਾਂ ਬਲਵਿੰਦਰ ਜੀ ਆਪ ਜੀ ਵਾਕਿਨ ਕੀ ਗਿਆਨ ਦੀ ਮੂਰਤ ਅੱਜ ਦੀ ਆਪ ਦੀ ਕਲਮ ਨੇ ਤਾਂ ਬੱਲੇ ਬੱਲੇ ਕਰਾ ਦਿੱਤੀ ਹੋਣੀ ਹੈ। ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਬਸ ਇੱਕ ਸ਼ੌਕ ਹੈ ਜਿਹੜਾ ਪਾਲ ਰਹੇ ਆ। ਕੁਛ ਹੁੰਦਾ ਹੈ ਦਿਲ 'ਚ, ਕਹਿੰਦੇ ਆ ਮੈਂ ਕੁਛ ਇੱਕ ਵਾਰੀ ਇਸ ਤਰ੍ਹਾਂ ਲਿਖਿਆ ਸੀ ਕਿ ਕੁਛ ਕੋਲੇ ਦਿਲਾਂ 'ਚ ਮਗਦੇ ਨੇ, ਕੁਛ ਕੋਇਲੇ ਦਿਲਾਂ 'ਚ ਮਗਦੇ ਨੇ, ਤਾਂ ਹੀ ਤਾਂ ਹਰਫ ਇਹ ਬਲਦੇ ਨੇ। ਜਦ ਦਿੰਦੇ ਲੋਕ ਹਵਾ ਇਹਨੂੰ, ਅੱਗ ਬਣ ਕੇ ਸੀਨਾ ਛਲਦੇ ਨੇ। ਤਲਵਾਰ ਦੀ ਧਾਰ ਤੇ ਤੁਰਨਾ ਹੈ, ਬਿਲਕੁਲ ਤਲਵਾਰ ਦੀ ਧਾਰ ਤੇ ਤੁਰਨਾ ਹੈ, ਬਰਫਾਂ ਦੇ ਵਾਂਗੂ ਖੁਰਨਾ ਹੈ। आसान नहीं है कवि बनना, आसान नहीं है कवि बनना, रोज आपे नाल घुलना है। ख्वाहिशां दी लोथ भी चुकनी है, सुपनियां नू हथी जलाना है। ख्वाहिशां दी लोथ भी चुकनी है, सुपनियां नू हथी जलाना है। चेहरे ते हासा पहनन लई, चेहरे ते हासा पहनन लई, दिल नू शमशान बनाना है। कहना है वाह 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 एक बार फिर चेहरे ते हासा पहनन लई, दिल नू शमशान बनाना है। कर राख इकट्ठी रीझां दी, कर राख इकट्ठी रीझां दी, आसां दे दीप जगाना है। दुखां दी सिखर दुपहरे भी, दुखां दी सिखर दुपहरे भी, बन ठंडे पानी डुलना है। आसान नहीं है कवि बनना, वाह आसान नहीं है कवि बनना, रोज आपे नाल खुलना है, रोज आपे नाल खुलना है। ते बिल बस कुछ बहुत हुंदा है सब दी जिंदगी च। बिल्कुल ਇਹ ਤਾਂ ਸਾਰਾ ਕੁਝ ਹੀ ਕਿ ਜਿੰਨੀ ਦੇਰ ਤੱਕ ਤੁਹਾਡਾ ਇਕਾਂਤ ਤੁਹਾਡੀ ਰੂਹ ਤੁਹਾਡੀ ਆਤਮਾ ਦੇ ਨਾਲ ਨਹੀਂ ਰਲਦੀ ਹਰਫ ਉਨੀ ਦੇਰ ਤੱਕ ਬਾਹਰ ਨਹੀਂ ਨਿਕਲਦੇ। बिल्कुल ਬਹੁਤ ਵਧੀਆ ਲਿਖਦੇ ਹੋ ਆਪ ਜੀ। ਤੇ ਮੈਂ ਚਲਦੀ ਹਾਂ ਕਿ ਆਪਣੇ ਅਗਲੇ ਸਵਾਲ ਦੇ ਵੱਲ ਕਿਉਂਕਿ ਵੱਡੀ ਸੋਚ ਤੇ ਭਰਪੂਰ ਗਿਆਨ ਇਲਮ ਦੀ ਮੂਰਤ ਆਪ ਜੀ ਨੇ ਕਵੀ ਸੰਗ੍ਰਹਿ ਲੈਕਚਰ ਛੰਦ ਟੱਪੇ ਆਦਿ ਵੀ ਲਿਖੇ ਤੇ ਕਈ ਗਿਆਨ ਰਿਸਮਾਂ ਕਿਤਾਬਾਂ ਵੀ ਲਿਖੀਆਂ ਬਾਲ ਕਵਿਤਾਵਾਂ ਵੀ ਲਿਖੀਆਂ। ਅਸੀਂ ਜਾਣਨਾ ਚਾਹੁੰਦੇ ਹਾਂ
ਕਿ ਆਪ ਜੀਆਂ ਨੂੰ ਪ੍ਰੇਰਨਾ ਕਿਹਨੇ ਦਿੱਤੀ ਸੀ ਜਾਂ ਆਪ ਕਿਸ ਦੀ ਪ੍ਰੇਰਨਾ ਦੇ ਉੱਪਰ ਚੱਲ ਰਹੇ ਹੋ? ਮੈਂ ਤੁਹਾਨੂੰ ਦੱਸਿਆ ਹੈ ਚਰਨਜੀਤ ਕਿ ਸ਼ੌਕ ਤਾਂ ਬਚਪਨ ਤੋਂ ਹੀ ਸੀ। ਕਵਿਤਾਵਾਂ ਮੇਰੇ ਮਨ ਨੂੰ ਚੰਗੀਆਂ ਲੱਗਦੀਆਂ ਸੀ ਔਰ ਜੀ, ਪਤਾ ਨਹੀਂ ਮੈਂ ਭਾਵੁਕ ਸ਼ੁਰੂ ਤੋਂ ਹੀ ਬਹੁਤ ਸੀ ਔਰ ਮੇਰਾ ਭਾਵੁਕ ਮਨ ਜਿਹੜਾ ਸੀ ਉਹ ਕੁਛ ਨਾ ਕੁਛ ਚੀਜ਼ ਜਦੋਂ ਵੀ ਮੈਨੂੰ ਚੁੱਭ ਜਾਂਦੀ ਸੀ ਜਾਂ ਬਹੁਤ ਚੰਗੀ ਲੱਗਦੀ ਸੀ, ਦਿਲ ਨੂੰ ਚੰਗੀ ਲੱਗ ਜਾਂਦੀ ਸੀ, ਤੇ ਮੈਂ ਉਹਨੂੰ ਟੁੱਟੇ-ਫੁੱਟੇ ਸ਼ਬਦਾਂ 'ਚ ਲਿਖਣ ਦੀ ਕੋਸ਼ਿਸ਼ ਕਰਦੀ ਸੀ। ਜੀ, ਤੇ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਮੇਰੇ ਪਹਿਲੇ ਗੁਰੂ ਜਿਹੜੇ ਆ ਮੇਰੇ ਅਧਿਆਪਕ ਹੀ ਸੀ ਔਰ ਉਸ ਤੋਂ ਬਾਅਦ ਹੋਰ ਵੀ ਕੁਝ ਲੋਕਾਂ ਤੋਂ ਮੈਨੂੰ ਪ੍ਰੇਰਨਾ ਮਿਲੀ। ਜੀ, ਪਰ ਮੈਨੂੰ ਲੱਗਦਾ ਕਿ ਮੇਰੇ ਵਾਸਤੇ ਮੇਰਾ ਸਭ ਤੋਂ ਵੱਡੀ ਪ੍ਰੇਰਨਾ ਮੇਰਾ ਜੀਵਨ ਹੀ ਸੀ, ਜੋ ਮੈਨੂੰ ਮੇਰੀ ਕਲਮ ਨੂੰ ਚਲਾਉਂਦਾ ਰਿਹਾ। ਕਿ ਜ਼ਿੰਦਗੀ 'ਚ ਲੱਗਦਾ ਸੀ ਕਿ ਜਦੋਂ ਵੀ ਕੁਝ ਦੁਖੀ ਹੁੰਦੀ ਸੀ, ਉਦਾਸ ਹੁੰਦੀ ਸੀ, ਤੇ ਕਾਪੀਆਂ ਤੇ ਡਾਇਰੀਆਂ ਤੇ ਕੁਝ ਝਰੀਟ ਦਿੰਦੀ ਸੀ ਔਰ ਚਾਹੇ ਉਹਨੂੰ ਕਦੀ ਛਪਵਾਉਂਦੀ ਨਹੀਂ ਸੀ ਸ਼ੁਰੂ ਚ, ਤਾਂ ਕੁਝ ਸ਼ੁਰੂ ਦੇ ਮੈਗਜ਼ੀਨਾਂ 'ਚ ਤੇ ਮੇਰੀਆਂ ਕਾਫੀ ਛਪੀਆਂ। ਫਿਰ ਬਹੁਤ ਸਾਲ ਮੈਂ ਵਿਚਕਾਰ ਪਤਾ ਨਹੀਂ ਕਿਉਂ ਕੁਝ ਛਪਵਾਇਆ ਘੱਟ ਹੀ, ਜੀ, ਤੇ ਡਾਇਰੀ ਦੇ ਪੰਨਿਆਂ 'ਚ ਹੀ ਰਹਿ ਗਈਆਂ, ਕੁਝ ਸੰਭਾਲੀਆਂ, ਕੁਝ ਪਤਾ ਨਹੀਂ ਕਿੱਥੇ ਗਈਆਂ। ਇਹ ਸਭ ਚੀਜ਼ਾਂ ਸੀ ਬਸ। ਪਰ ਇਹ ਹੈ ਕਿ ਮੈਂ ਜਦੋਂ ਬਹੁਤ ਉਦਾਸ ਹੁੰਦੀ ਹਾਂ, ਹੁਣ ਵੀ ਮੇਰੇ ਨਾਲ ਇਹੀ ਹੈ, ਤੇ ਮੈਂ ਕਲਮ ਨਾਲ ਜਦੋਂ ਕੁਝ ਲਿਖ ਲੈਂਦੀ ਹਾਂ ਤੇ ਮੇਰਾ ਮਨ ਬਹੁਤ ਹਲਕਾ ਹੋ ਜਾਂਦਾ ਹੈ। ਤੇ ਮਤਲਬ ਇਹ ਜ਼ਿੰਦਗੀ, ਕਮਲ ਦੇ ਨਾਲ ਤੁਸੀਂ ਯਾਰੀਆਂ ਪਾਈਆਂ ਹੋਈਆਂ ਨੇ। ਹਾਂਜੀ, ਇਹ ਜ਼ਿੰਦਗੀ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਹੈ। ਬਾਕੀ ਮੇਰੇ, ਮੈਂ ਕਹਿ ਰਹੀ ਹਾਂ ਮੇਰੀ ਜ਼ਿੰਦਗੀ 'ਚ ਬਹੁਤ ਚੰਗੇ ਇਨਸਾਨ ਆਏ। ਜੀ, ਮੈਂ ਅਨਮੈਰਿਡ ਸੀ ਉਦੋਂ ਵੀ, ਸਾਡੇ ਇੱਕ ਦੋ ਮੇਰੇ ਬ੍ਰਦਰ ਵਗੈਰਾ ਸੀ, ਕਜ਼ਨਸ ਵਗੈਰਾ, ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ ਔਰ ਵਿਆਹ ਤੋਂ ਬਾਅਦ ਵੀ ਮੇਰੇ ਸਕੂਲ ਦੀਆਂ ਮੇਰੀਆਂ ਫਰੈਂਡਸ ਮੈਨੂੰ ਬਹੁਤ ਹੌਸਲਾ ਦਿੰਦੀਆਂ ਰਹੀਆਂ, ਬਹੁਤ ਤਾਰੀਫ ਹੁੰਦੀ ਰਹੀ ਮੇਰੀਆਂ ਕਵਿਤਾਵਾਂ ਦੀ ਹਰ ਜਗ੍ਹਾ, ਤੇ ਬਸ ਉਹ ਮੈਨੂੰ ਲਿਖਣ ਲਈ ਪ੍ਰੇਰਦੀਆਂ ਰਹੀਆਂ। ਤੁਸੀਂ ਨੈਸ਼ਨਲ ਲੈਵਲ ਤੇ ਵੀ ਕਵੀ ਦਰਬਾਰਾਂ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ, ਉੱਥੇ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਪ੍ਰਾਪਤ ਹੋਇਆ? ਹਾਂਜੀ, ਮੈਂ ਬਹੁਤ ਸਾਰੇ ਕਵੀ ਦਰਬਾਰਾਂ 'ਚ ਗਈ ਹਾਂ। ਇੱਕ ਤੇ ਸਾਡੇ ਦਿੱਲੀ ਵਿੱਚ ਇੱਕ ਇਹ ਹੈ ਕਿ ਉੱਥੇ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਦੇ ਵੀ ਕਵਿਤਾ ਪ੍ਰਤੀਯੋਗਿਤਾ ਹੁੰਦੀਆਂ ਹੈ। ਜੀ, ਅਧਿਆਪਕਾਂ ਦੇ ਵੀ ਮੁਕਾਬਲੇ ਹੁੰਦੇ ਆ। ਜੀ, ਤੇ ਪੰਜਾਬੀ ਦੇ ਵੀ ਵਿਚਕਾਰ ਹੁੰਦੇ ਸੀ। ਜਦੋਂ ਵੀ ਵਾਰੀ ਮੈਂ ਗਈ ਹਾਂ ਤੇ ਮੈਂ ਆਪਣੀ ਕਵਿਤਾ ਬੋਲੀ ਹੈ, ਓਨੀ ਵਾਰੀ ਹੀ ਮੇਰਾ ਹਮੇਸ਼ਾ ਪਹਿਲਾ ਦਰਜਾ ਪ੍ਰਾਪਤ ਹੋਇਆ ਹੈ ਔਰ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਨੈਸ਼ਨਲ ਲੈਵਲ ਤੱਕ ਮੈਂ ਉਸ ਪ੍ਰਤੀਯੋਗਿਤਾ 'ਚ ਪਹੁੰਚੀ ਹਾਂ। ਔਰ ਮੈਨੂੰ ਮੇਰੇ ਆਫਿਸਰਾਂ ਵੱਲੋਂ, ਸਿੱਖਿਆ ਅਧਿਕਾਰੀ ਵੱਲੋਂ, ਮੇਰੇ ਪ੍ਰਿੰਸੀਪਲ ਵੱਲੋਂ ਬਹੁਤ ਬਹੁਤ ਪਿਆਰ ਔਰ ਜੋ ਵੀ ਛੋਟਾ ਮੋਟਾ ਇਨਾਮ ਹੈ ਉਹ ਪ੍ਰਾਪਤ ਹੁੰਦੇ ਰਹੇ ਆ। ਤੁਸੀਂ ਕਈ ਵਾਰੀ ਕਹਿੰਦੇ ਹੁੰਦੇ ਹੋ ਕਿ ਜਦੋਂ ਤੁਸੀਂ ਕਿਸੇ ਵੀ ਪ੍ਰਤੀਯੋਗਤਾ ਵਿੱਚ ਜਾਣਾ, ਤੁਹਾਡਾ ਨਾਮ ਹੋਣਾ, ਬਾਕੀ ਤੁਹਾਡੇ ਜਿਹੜੇ ਨਾਮ ਨਾਲ ਦੇ ਹੋਰ ਕਵਿਤਰੀ ਜਾਂ ਕਵੀ ਹੋਣੇ, ਉਹਨਾਂ ਨੇ ਕਹਿਣਾ ਕਿ ਜੇ ਬਲਵਿੰਦਰ ਆ ਗਈ ਤਾਂ ਪਹਿਲਾ ਇਨਾਮ ਬਲਵਿੰਦਰ ਲੈ ਕੇ ਜਾਏਗੀ। ਇਹਦੇ ਬਾਰੇ ਥੋੜਾ ਦੱਸਣਾ ਚਾਹੋ, ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ। ਹਾਂਜੀ ਹਾਂਜੀ, ਉਹ ਅਧਿਆਪਕਾਂ ਦੇ ਜਦੋਂ ਵੀ ਹੁੰਦੇ ਸੀ, ਔਰ ਇੱਕ ਤਾਂ ਮੇਰੀ ਕਵਿਤਾ ਔਰ ਦੂਸਰਾ ਉਹ ਸਭ ਕਹਿੰਦੇ ਸੀ ਕਿ ਤੁਹਾਡੇ ਬੋਲਣ ਦਾ ਅੰਦਾਜ਼ ਇੰਨਾ ਵਧੀਆ, ਤੁਸੀਂ ਆ ਗਏ ਹੋ ਤੇ ਸਾਡਾ ਚਾਂਸ ਖਤਮ ਹੋ ਗਿਆ, ਹੁਣ ਨਹੀਂ ਅਸੀਂ ਕੁਛ ਆ ਸਕਦੇ, ਸਾਡਾ ਨਹੀਂ ਨਾਮ ਆਏਗਾ ਹੁਣ। ਜੀ, ਜੀ, ਮਤਲਬ ਹਰ ਇੱਕ ਇਨਸਾਨ ਆਪਣੇ ਬਲਬੂਤੇ ਨਾਲ ਆਪਣੇ ਹਰਫਾਂ ਨੂੰ ਵੱਖਰੇ ਤਰੀਕੇ ਨਾਲ ਬਿਆਨ ਕਰਦਾ, ਤੇ ਮੈਂ ਦੇਖ ਰਹੀ ਹਾਂ ਕਿ ਤੁਹਾਡੇ ਅੰਦਰ ਉਹ ਅੰਦਾਜ਼, ਉਹ ਲਿਆਕਤ, ਅੱਖਰਾਂ ਨੂੰ ਕਿਵੇਂ ਪਰੋਣਾ ਤੇ ਬਹੁਤ ਵਧੀਆ ਤਰੀਕੇ ਨਾਲ ਆਪ ਜੀ ਕਰ ਰਹੇ ਹੋ। ਸੋ ਜੀ, ਮੈਨੂੰ ਕਹਿੰਦੇ ਮੇਰੇ ਸਿੱਖਿਆ ਅਧਿਕਾਰੀ ਕਹਿੰਦੇ ਸੀ ਇਹ ਜੀ, ਕਵਿਤਾ ਨੂੰ ਜਿੰਦੀ ਹੈ, ਬਿਲਕੁਲ ਬਿਲਕੁਲ, ਕਿਉਂਕਿ ਜਿਹੜਾ ਕਾਰਜ ਕਰਨਾ ਉਹਦੇ ਵਿੱਚ ਜੀਓ। ਉਹ ਕਵਿਤਾ ਜੀ ਰਹੀ ਹੈ। ਵਾਹ, ਸੱਚ ਕਹਿੰਦੇ ਸਨ, ਬਿਲਕੁਲ ਸੱਚ ਕਹਿੰਦੇ ਸਨ। ਬਲਵਿੰਦਰ ਜੀ, ਮੇਰਾ ਅਗਲਾ ਸਵਾਲ ਤੁਹਾਡੇ ਕੋਲ ਹੈ ਕਿ ਤੁਸੀਂ ਮਤਲਬ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਦੀ ਸੰਘਰਸ਼ ਬਹੁਤ ਆਉਂਦੇ ਨੇ, ਪੜਾਅ ਕਾਫੀ ਆਉਂਦੇ ਨੇ, ਕਾਫੀ ਸੰਘਰਸ਼ਾਂ ਚੋਂ ਨਿਕਲਣਾ ਪਾਉਂਦਾ। ਆਪ ਜੀ ਦੇ ਉੱਪਰ ਕਿਹੋ ਜਿਹੇ ਦੌਰ, ਆਪ ਜੀ ਕਿਹੋ ਜਿਹੇ ਦੌਰਾਂ ਵਿੱਚੋਂ ਨਿਕਲੇ ਹੋ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਕਿਉਂਕਿ ਅਸੀਂ ਇੱਥੇ ਕਿਉਂਕਿ ਜੇ ਸਾਡੇ ਤੇ ਦੁੱਖ ਆਉਂਦੇ ਨੇ, ਤਕਲੀਫ ਆਉਂਦੇ ਨੇ, ਅਸੀਂ ਉਸ ਦੁੱਖਾਂ ਚੋਂ ਨਿਕਲ ਕੇ ਫਿਰ ਵੀ ਅਸੀਂ ਆਪਣੀ ਹੋਂਦ ਨੂੰ ਸੰਭਾਲਿਆ ਹੋਇਆ ਹੈ, ਅਸੀਂ ਇੱਕ ਚੰਗਾ ਮੈਸੇਜ ਅੱਗੇ ਆਪਣੀਆਂ ਪਨੀਰੀਆਂ ਨੂੰ, ਕੁੜੀਆਂ ਨੂੰ, ਧੀਆਂ ਨੂੰ ਦੇ ਸਕਦੇ ਹਾਂ। ਇਹਦੇ ਉੱਪਰ ਤੁਸੀਂ ਥੋੜਾ ਚਾਨਣਾ ਪਾਓ। ਜੀ, ਮੈਂ ਤੁਹਾਨੂੰ ਦੱਸਿਆ ਕਿ ਅਸੀਂ 4 ਭੈਣਾਂ ਸੀ ਔਰ ਛੋਟੇ ਸ਼ਹਿਰ 'ਚ ਪਲਿਆ ਸੀ। ਮਾਂ ਬਾਪ ਨਹੀਂ ਸੀ ਚਾਹੁੰਦੇ ਕਿ ਕੁੜੀਆਂ ਨੂੰ ਬਹੁਤੀ ਆਜ਼ਾਦੀ ਦਿੱਤੀ ਜਾਵੇ
ਔਰ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਜਦੋਂ ਵੀ ਕੋਈ ਰਿਸ਼ਤੇਦਾਰ ਕਹਿੰਦਾ ਸੀ 4 ਕੁੜੀਆਂ, ਤਾਂ ਮੈਨੂੰ ਮਤਲਬ ਬਹੁਤ ਚੁਭਦਾ ਸੀ ਉਹ ਚੀਜ਼। ਬਾਕੀ ਇਹ ਹੈ ਕਿ ਮਾਂ-ਬਾਪ ਵੀ ਕਹਿੰਦੇ ਸੀ ਨਹੀਂ, ਧੀਆਂ ਨੂੰ ਕਿਤੇ ਸਾਹਿਤ ਸਭਾ 'ਚ ਨਹੀਂ ਜਾਣ ਦੇਣਾ, ਧੀਆਂ ਨੂੰ ਪੜ੍ਹਾਈ ਨਹੀਂ ਕਰਨ, ਬਹੁਤਾ ਪੜ੍ਹਨਾ ਨਹੀਂ ਚਾਹੀਦਾ। ਔਰ ਜੀ ਮੇਰੇ ਅੰਦਰ ਇੱਕ ਚਿੰਨ੍ਹ ਸੀ ਕਿ ਮੈਂ ਪੜ੍ਹਨਾ, ਮੈਂ ਚਾਹੁੰਦੀ ਸੀ ਮੈਂ PhD ਕਰਾਂ, ਬਹੁਤ ਅੱਗੇ ਨਿਕਲਾਂ, ਪਰ ਵਕਤ ਨੇ ਸਾਥ ਨਹੀਂ ਦਿੱਤਾ। ਵਿਆਹ ਹੋਇਆ ਤੇ ਵਿਆਹ ਤੋਂ ਬਾਅਦ ਵੀ ਘਰ ਦਾ ਮਾਹੌਲ ਉਸੇ ਤਰ੍ਹਾਂ ਦਾ ਹੀ ਸੀ, ਵਿਚਾਰ ਉਸੇ ਤਰ੍ਹਾਂ ਦੇ ਹੀ ਸੀ। ਭਾਵੇਂ ਮੈਂ ਵੱਡੇ ਸ਼ਹਿਰ 'ਚ ਆ ਗਈ ਸੀ, ਪਰ ਵਿਚਾਰਾਂ 'ਚ ਅੰਤਰ ਨਹੀਂ ਸੀ। ਉਹ ਵੀ ਜੀ ਨਹੀਂ ਸੀ ਚਾਹੁੰਦੇ, ਮੈਨੂੰ ਬੜੇ ਸਾਰੇ ਚਾਂਸ ਮਿਲੇ ਅੱਗੇ ਵਧਣ ਦੇ, ਪਰ ਆਪਣੇ ਘਰ ਦੇ ਮਾਹੌਲ ਨੂੰ ਵੇਖ ਕੇ ਮੈਂ ਉਹਨਾਂ ਨੂੰ ਨਹੀਂ ਮਤਲਬ ਲੈ ਸਕੀ, ਉਹਨਾਂ ਨੂੰ ਐਕਸੈਪਟ ਨਹੀਂ ਕਰ ਸਕੀ ਉਹਨਾਂ ਚੀਜ਼ਾਂ ਨੂੰ। ਤੇ ਫਿਰ ਵਿਆਹ ਤੋਂ ਬਾਅਦ ਘਰ ਦਾ ਮਾਹੌਲ ਬਿਲਕੁਲ ਅਲੱਗ ਸੀ, ਔਰ ਜਿਹੜੀਆਂ ਵਾ ਫਾਈਨੈਂਸ਼ਲੀ ਪ੍ਰੋਬਲਮਸ ਵੀ ਇੱਕਦਮ ਆ ਗਈਆਂ, ਕੁਝ ਬਿਜ਼ਨਸ ਵਗੈਰਾ 'ਚ ਬੜੇ ਲਾਸ ਹੋ ਗਏ, ਔਰ ਕੁਝ ਗੱਲਾਂ ਜਿਹੜੀਆਂ ਮਤਲਬ ਇੱਕ ਸੀ ਜੋ ਮੈਂ ਚਾਹੁੰਦੀ ਸੀ, ਇੱਕ ਲੜਕੀ ਚਾਹੁੰਦੀ ਹੁੰਦੀ ਆ ਕਿ ਉਸਦੀ ਗੱਲ ਨੂੰ ਕੋਈ ਸਮਝੇ, ਕੋਈ ਉਸ ਚੀਜ਼ ਨੂੰ ਕਰੇ, ਮੈਂ ਉਹ ਚੀਜ਼ ਮੈਨੂੰ ਨਹੀਂ ਮਿਲੀ। ਜੀ ਤੇ ਬਸ ਇਹ ਹੈ ਕਿ ਬੜਾ ਸੰਘਰਸ਼ ਕੀਤਾ। ਫਿਰ ਮੈਂ ਖੜੇ ਹੋਣ ਵਾਸਤੇ ਤੁਹਾਨੂੰ ਦੱਸਿਆ B.Ed ਕੀਤੀ। ਉਦੋਂ ਮੇਰਾ, ਜਦੋਂ ਮੈਂ B.Ed ਕੀਤੀ, ਮੇਰਾ ਬੇਟਾ, ਵੱਡਾ ਵਾਲਾ ਬੇਟਾ ਛੋਟਾ ਜਿਹਾ ਸੀ ਉਸ ਵਕਤ, ਔਰ ਮੈਂ ਇੱਕ ਪ੍ਰਾਈਵੇਟ ਸਕੂਲ 'ਚ ਨੌਕਰੀ ਵੀ ਕਰ ਰਹੀ ਸੀ, ਔਰ ਜੀ ਮੈਂ ਸਕੂਲ ਤੋਂ ਆਉਂਦੀ ਸੀ, ਛੋਟੇ ਜਿਹੇ ਬੱਚੇ ਨੂੰ ਵੀ ਦੇਖਦੀ ਸੀ। ਔਰ ਉਸ ਤੋਂ ਬਾਅਦ ਮੇਰੇ ਹਸਬੈਂਡ ਦਾ ਵੀ ਉਹਨਾਂ ਦਿਨਾਂ 'ਚ ਐਕਸੀਡੈਂਟ ਹੋ ਗਿਆ ਸੀ, ਤੇ ਉਹਨਾਂ ਦਾ ਵੀ ਮੈਂ ਖਿਆਲ ਰੱਖਦੀ। ਘਰ ਆ ਕੇ ਮੈਂ ਸਾਰਾ ਮਤਲਬ ਕੰਮ ਕਰਦੀ, ਜੋ ਵੀ ਹੈ। ਰਾਤੀ ਮੈਂ 10-11 ਵਜੇ ਪੜ੍ਹਨ ਬੈਠਦੀ, ਔਰ ਮੈਂ ਕਈ ਵਾਰੀ ਸਵੇਰੇ 4-4, 5-5 ਵਜੇ ਤੱਕ ਮੈਂ ਪੜ੍ਹਦੀ ਰਹਿੰਦੀ, ਔਰ ਮੁੜ ਕੇ ਮੈਂ ਘੰਟਾ ਕੁ ਸੌਂ ਕੇ ਮੈਂ ਉੱਠ ਕੇ ਸਕੂਲ ਤੁਰ ਜਾਂਦੀ। ਇਸ ਤਰ੍ਹਾਂ ਦਾ ਸੀ ਜ਼ਿੰਦਗੀ। ਪਰ ਉਸਦੇ ਬਾਵਜੂਦ ਵੀ ਜਦੋਂ ਐਪਰੀਸੀਏਸ਼ਨ ਨਹੀਂ ਮਿਲਦੀ ਕਿਸੇ ਲੜਕੀ ਨੂੰ, ਤੇ ਤੁਹਾਨੂੰ ਪਤਾ ਹੈ ਕਿ ਉਹ ਲੜਕੀ ਅੰਦਰੋਂ ਟੁੱਟ ਜਾਂਦੀ ਹੈ। ਜੀ ਬਿਲਕੁਲ ਬਿਲकुल। और फिर उस वक्त मैनू भुल गया सी कि मैं कवितावां छपवाणियां, मैं बाहर निकलना नहीं। मैं जदों उदास हुंदी सी, कविता मेरा सहारा तो हमेशा रही है, लिख लैंदी सी, पर वो डायरियां दे पन्नियां च किधरे गवाच गईयां। ਉਹਦੇ ਬਾਰੇ ਮੈਂ ਇੱਕ ਵਾਰੀ ਲਿਖਿਆ ਵੀ ਸੀ, ਉਹ ਡਾਇਰੀ ਬਾਰੇ ਬਾਅਦ ਵਿੱਚ ਕਾਫੀ ਸਾਲਾਂ ਬਾਅਦ जी ਮੈਂ ਉਹ ਲਿਖੇ ਸੀ ਉਹ ਸੁਪਨੇ। ਜੇ ਤੁਸੀਂ ਕਹੋ ਤੇ ਮੈਂ ਤੁਹਾਨੂੰ ਉਹ ਕਵਿਤਾ ਸੁਣਾਉਣਾ। बेशक बेशक, क्योंकि सुनना चाਹੁੰਦੇ ਆ। ਡਾਇਰੀ ਦੇ ਵਿੱਚ ਸਾਂਭ ਰੱਖੇ ਸਨ, ਡਾਇਰੀ ਦੇ ਵਿੱਚ ਸਾਂਭ ਰੱਖੇ ਸਨ ਵਰਿਆਂ ਤੋਂ ਕੁਝ ਸੁਪਨੇ ਨਿਆਰੇ, ਜੋ ਸਨ ਮੇਰੇ ਦਿਲ ਵਿੱਚ ਪਲਦੇ, ਜੋ ਸਨ ਮੈਨੂੰ ਬੜੇ ਪਿਆਰੇ। ਉਸ ਵੇਲੇ ਉਹ ਹਰੇ ਹਰੇ ਸਨ, ਜਵਾਨੀ ਦਾ ਜੋਸ਼ ਹੁੰਦਾ ਹੈ ਨਾ, ਉਸ ਵੇਲੇ ਉਹ ਹਰੇ ਹਰੇ ਸਨ, ਜੋਸ਼ ਨਾਲ ਉਹ ਭਰੇ ਭਰੇ ਸਨ। ਖਿੜ ਕੇ ਫੁੱਲ ਸੀ ਬਣਨਾ ਚਾਹੁੰਦੇ, ਖਿੜ ਕੇ ਫੁੱਲ ਸੀ ਬਣਨਾ ਚਾਹੁੰਦੇ, ਮਹਿਕ ਹਵਾ ਵਿੱਚ ਭਰਨਾ ਚਾਹੁੰਦੇ। ਖਿੜ ਕੇ ਫੁੱਲ ਸੀ ਬਣਨਾ ਚਾਹੁੰਦੇ, ਮਹਿਕ ਹਵਾ ਵਿੱਚ ਭਰਨਾ ਚਾਹੁੰਦੇ। ਮੌਸਮ ਦਗਾਬਾਜ਼ ਸੀ ਆਇਆ, ਮੌਸਮ ਦਗਾਬਾਜ਼ ਸੀ ਆਇਆ, ਨੇਰੀ ਨੇ ਸੀ ਕਹਿਰ ਮਚਾਇਆ। ਪਤਝੜ ਡੇਰਾ ਲਾ ਕੇ ਬਹਿ ਗਈ, ਪਤਝੜ ਡੇਰਾ ਲਾ ਕੇ ਬਹਿ ਗਈ, ਰੀਝਾਂ ਨੂੰ ਫਿਰ ਫਲ ਨਾ ਆਇਆ। ਉਦੋਂ ਸੁਪਨੇ ਸੰਭਾਲ ਲਏ ਸਨ, ਉਦੋਂ ਸੁਪਨੇ ਸੰਭਾਲ ਲਏ ਸਨ, ਸ਼ਬਦਾਂ ਦੇ ਵਿੱਚ ਢਾਲ ਲਏ ਸਨ। ਦਿਲ ਦੀ ਧਰਤੀ ਜਦ ਸੀ ਮੌਲੀ, ਵਰਿਆਂ ਬਾਅਦ ਮੈਂ ਡਾਇਰੀ ਖੋਲੀ। ਦਿਲ ਦੀ ਧਰਤੀ ਜਦ ਸੀ ਮੌਲੀ, ਵਰਿਆਂ ਬਾਅਦ ਮੈਂ ਡਾਇਰੀ ਖੋਲੀ। ਕੁਝ ਸੁਪਨੇ ਤਾਂ ਮਰ ਗਏ ਸਨ, ਕੁਝ ਸੁਪਨੇ ਤਾਂ ਮਰ ਗਏ ਸਨ, ਹੱਡੀਆਂ ਵਾਂਗੂ ਸੜ ਗਏ ਸਨ। ਕੁਝ ਕੁ ਔਖੇ ਸਾਹ ਲੈ ਰਹੇ ਸਨ, ਕੁਝ ਕੁ ਔਖੇ ਸਾਹ ਲੈ ਰਹੇ ਸਨ, ਜਿਉਂ ਆਖਰੀ ਗੱਲ ਕਹਿ ਰਹੇ ਸਨ। ਵਾਹ ਵਾਹ। ਮੇਰੇ ਤੋਂ ਬਰਦਾਸ਼ਤ ਨਾ ਹੋਇਆ, ਮੇਰੇ ਤੋਂ ਬਰਦਾਸ਼ਤ ਨਾ ਹੋਇਆ। ਮੈਂ ਸੀ ਆਪਣਾ ਆਪਾ ਖੋਇਆ, ਡਾਇਰੀ ਦਾ ਸੰਸਕਾਰ ਮੈਂ ਕੀਤਾ, ਡਾਇਰੀ ਦਾ ਸੰਸਕਾਰ ਮੈਂ ਕੀਤਾ।
ਸੁਪਨਿਆਂ ਨੂੰ ਫਿਰ ਮਾਰ ਮੈਂ ਦਿੱਤਾ। ਉਹ ਸੁਪਨੇ ਹੁਣ ਮੈਨੂੰ ਡਰਾਉਂਦੇ, ਉਹ ਸੁਪਨੇ ਹੁਣ ਮੈਨੂੰ ਡਰਾਉਂਦੇ, ਮੈਨੂੰ ਕਾਤਲ ਕਹਿ ਬੁਲਾਉਂਦੇ। ਉਹ ਸੁਪਨੇ ਹੁਣ ਮੈਨੂੰ ਡਰਾਉਂਦੇ, ਮੈਨੂੰ ਕਾਤਲ ਕਹਿ ਬੁਲਾਉਂਦੇ। ਜੇ ਦੋਸ਼ੀ ਹਾਂ ਤਾਂ ਸਜ਼ਾ ਦਿਵਾਓ, ਜੇ ਦੋਸ਼ੀ ਹਾਂ ਤਾਂ ਸਜ਼ਾ ਦਿਵਾਓ, ਜਾਂ ਸੁਪਨਿਆਂ ਨੂੰ ਮਰਨੋਂ ਬਚਾਓ, ਜਾਂ ਸੁਪਨਿਆਂ ਨੂੰ ਮਰਨੋਂ ਬਚਾਓ, ਜਾਂ ਸੁਪਨਿਆਂ ਨੂੰ ਮਰਨੋਂ ਬਚਾਓ। ਜੀ ਵਧੀਆ, ਬਹੁਤ ਹੀ ਖੂਬ, ਕਿਉਂਕਿ ਉਹ ਕਵਿਤਾ ਹੀ ਤੁਹਾਡੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਕਿ ਸੁਪਨਿਆਂ ਨੂੰ ਆਪਣੇ ਬਚਾ ਲਓ, ਤੇ ਸੁਪਨਿਆਂ ਨੂੰ ਬਚਾਉਣਾ ਹੀ ਪੈਂਦਾ ਹੈ ਤੇ ਬਚਾਉਣਾ ਚਾਹੀਦਾ, ਕਿਉਂਕਿ ਉਹਨਾਂ ਸੁਪਨਿਆਂ ਵਿੱਚ ਬਲਵਿੰਦਰ ਆਪ ਉੱਥੇ ਜਿੰਦੀ ਹੈ। ਪਰ ਮੈਂ ਆਪਣੀ ਹੀ ਨਹੀਂ, ਸਭ ਦੀ ਗੱਲ ਕਰ ਰਹੀ ਹਾਂ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਲੜਕੀਆਂ ਦੀ ਜ਼ਿੰਦਗੀ 'ਚ ਕਿ ਇੰਨੀ ਦੇਰ ਹੋ ਜਾਂਦੀ ਹੈ ਕਿ ਫਿਰ ਉਹ ਜਿਹੜੇ ਸੁਪਨੇ ਹੁੰਦੇ ਆ ਉਹ ਤਦ ਤੱਕ ਮਰ ਚੁੱਕੇ ਹੁੰਦੇ ਆ, ਉਹ ਉਹਨਾਂ 'ਚ ਫਿਰ ਕੋਈ ਇੱਛਾ ਖਾਹਿਸ਼ ਬਾਕੀ ਨਹੀਂ ਰਹਿ ਜਾਂਦੀ। ਇਹ ਇੱਕ ਦੁਖਾਂਤ ਹੈ ਸਾਡੇ ਸਮਾਜ ਦਾ ਕਿ ਧੀ ਨੂੰ ਇੱਕ ਤਾਂ ਪੜ੍ਹਨ ਨਹੀਂ ਦੇਣਾ। ਅਸੀਂ ਧੀਆਂ ਨੂੰ ਪੁੱਤਰਾਂ ਵਾਂਗ ਵੀ ਨਹੀਂ ਸਮਝਦੇ, ਕਹਿ ਤਾਂ ਦਿੰਦੇ ਹਾਂ ਕਿ ਧੀਆਂ ਪੁੱਤਰ ਨੇ ਜਾਂ ਨੂੰਹਾਂ ਧੀਆਂ ਨੇ, ਦੋਨੋਂ ਪਾਸੇ ਧੀ ਨੂੰ, ਧੀ ਤੁਹਾਨੂੰ ਕਿ ਹਮੇਸ਼ਾ ਆਪਣੀ ਜੰਗ, ਆਪਣੀ ਲੜਾਈ ਲੜਦੀ ਹੈ। ਪਰ ਜਦੋਂ ਧੀਆਂ ਨੂੰ ਕੁਝ ਅੱਜ ਇਹੋ ਜਿਹੇ ਹਾਲਾਤ ਆ ਗਏ ਨੇ, ਜਦੋਂ ਧੀਆਂ ਨੂੰ ਮੌਕਾ ਵੀ ਮਿਲਦਾ ਹੈ ਤਾਂ ਕਈ ਵਾਰੀ ਉਹ ਧੀਆਂ ਉਸ ਇਮਤਿਹਾਨ ਤੋਂ ਪਾਸ ਨਹੀਂ ਹੁੰਦੀਆਂ। ਜੀ, ਪਰ ਜਿਵੇਂ ਤੁਹਾਡੇ ਸੁਪਨੇ ਤੇ ਤੁਸੀਂ ਇੱਕ ਔਰਤ ਹੋਣ ਦੀ ਇੱਕ ਸੁਪਨਿਆਂ ਦੀ ਗੱਲ ਕੀਤੀ ਹੈ, ਬਹੁਤ ਵਧੀਆ ਕੀਤੀ ਹੈ। ਆਉਣ ਵਾਲੇ ਬੱਚਿਆਂ ਨੂੰ ਇਸ ਤੋਂ ਕਾਫੀ ਵੱਡੀ ਪ੍ਰੇਰਨਾ ਮਿਲੇਗੀ। ਇੱਕ ਧੀ ਹੋ ਕੇ ਪਿਤਾ ਦੀ ਇੱਜ਼ਤ ਦਾ ਧਿਆਨ ਵੀ ਰੱਖਿਆ, ਸਹੁਰੇ ਘਰ ਵਿੱਚ ਆਪਣੀ ਜੋ ਜ਼ਿੰਮੇਵਾਰੀਆਂ ਉਹ ਵੀ ਕੀਤੀਆਂ, ਉਹਨਾਂ ਹਾਲਾਤਾਂ ਵਿੱਚ ਉਹਨਾਂ ਦੇ ਨਾਲ ਪਤੀ ਨਾਲ ਮੋਢਾ ਵੀ ਲਾ ਕੇ ਖੜਿਆ, ਤੇ ਜਦੋਂ ਆਪਣੇ ਜ਼ਮੀਰ ਤੇ ਸੁਪਨਿਆਂ ਦੀ ਗੱਲ ਆਈ, ਸਮਾਂ ਪਾ ਕੇ ਉਹਨਾਂ ਸੁਪਨਿਆਂ ਨੂੰ ਵਾਪਸ ਮੁੜ ਕੇ ਉਜਾਗਰ ਕੀਤਾ ਤੇ ਆਪਣੀ ਪਹਿਚਾਣ ਨੂੰ ਕੋਖਿਆ, ਪਾਲਿਆ ਤੇ ਦੇਖਿਆ ਕਿ ਮੈਂ ਕੌਣ ਆ। ਸੋ ਬਲਵਿੰਦਰ ਕੌਰ ਜੀ, ਬਹੁਤ ਹੀ ਵਧੀਆ ਆਪ ਜੀ ਲਿਖਦੇ ਹੋ, ਤੇ ਮੈਂ ਅਰਦਾਸ ਕਰਾਂਗੀ ਕਿ ਆਪ ਜੀ ਦੀ ਕਲਮ ਹਮੇਸ਼ਾ ਹੀ ਵਧੀਆ ਲਿਖੇ ਤੇ ਵਧੀਆ ਹੀ ਮੈਸੇਜ, ਸੁਨੇਹਾ ਯੂਥ ਤੱਕ ਪਹੁੰਚਾਵੇ, ਜਿੱਥੇ ਸਾਡੇ ਬੱਚੀਆਂ ਇੱਥੋਂ ਕੁਝ ਸੀਖ, ਕੁਝ ਪ੍ਰੇਰਨਾ ਲੈ ਸਕਣ, ਕੁਝ ਸਿੱਖ ਸਕਣ। ਸੋ ਮੈਂ ਆਪਣੇ ਦੱਸਣਾ ਚਾਹਾਂਗੀ ਕਿ ਸਾਡੇ ਦਰਸ਼ਕ ਆ ਵੀ ਜਾਣਨਾ ਚਾਹੁੰਦੇ ਹਨ ਕਿ ਆਪ ਜੀ ਨੇ ਕਿੰਨੇ ਸਮੇਂ ਤੱਕ, ਆਪ ਜੀ ਕਿੰਨੇ ਸਮੇਂ ਤੋਂ ਲਿਖ ਰਹੇ ਹੋ ਤੇ ਹੁਣ ਤੱਕ ਆਪ ਜੀ ਦੀਆਂ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਨੇ, ਕਿੰਨੇ ਕਵੀ ਸੰਗ੍ਰਹਿ ਛਪ ਚੁੱਕੇ ਨੇ, ਉਹਨਾਂ ਬਾਰੇ ਦਰਸ਼ਕ ਜਾਣਨਾ ਚਾਹੁੰਦੇ ਹਨ, ਦੱਸੋ ਪਲੀਜ਼। ਜੀ, ਮੈਂ ਤੁਹਾਨੂੰ ਦੱਸਿਆ ਕਿ ਮੈਂ ਲਿਖ ਤਾਂ ਬਚਪਨ ਤੋਂ ਹੀ ਰਹੀ ਹਾਂ, ਔਰ ਬਚਪਨ ਵਿੱਚ ਜਿੰਨੇ ਵੀ ਮੈਗਜ਼ੀਨ ਉਸ ਟਾਈਮ ਨਿਕਲਦੇ ਸੀ ਉਹਨਾਂ ਸਾਰਿਆਂ 'ਚ ਮੇਰੀਆਂ ਕਵਿਤਾਵਾਂ ਆਉਂਦੀਆਂ ਰਹੀਆਂ ਹੈ, ਬਾਲ ਰਸਾਲਿਆਂ 'ਚ ਵੀ ਔਰ ਦੂਸਰੇ ਵੀ। ਪਰ ਉਸ ਤੋਂ ਬਾਅਦ ਫਿਰ ਤੁਹਾਨੂੰ ਮੈਂ ਦੱਸਿਆ ਕਿ ਮੇਰਾ ਕੁਝ ਲਿਖਦੀ ਤਾਂ ਰਹੀ, ਪਰ ਛਪਵਾਉਣਾ ਕੁਝ ਘਟ ਗਿਆ ਕੁਝ ਸਾਲ ਜੀ। ਤੇ ਫਿਰ ਮੁੜ ਕੇ ਜਦੋਂ ਬੱਚੇ ਥੋੜੇ ਵੱਡੇ ਹੋਏ ਤਾਂ ਬੱਚਿਆਂ ਨੇ ਬਹੁਤ ਉਤਸ਼ਾਹਿਤ ਕੀਤਾ ਕਿ ਨਹੀਂ, ਤੁਸੀਂ ਇੰਨਾ ਸੋਹਣਾ ਲਿਖਦੇ ਹੋ, ਤੁਹਾਡੇ ਸਾਰੇ ਸਕੂਲ ਵਾਲੇ ਤੁਹਾਡੀ ਇੰਨੀ ਪ੍ਰਸ਼ੰਸਾ ਕਰਦੇ ਆ ਤੇ ਤੁਸੀਂ ਛਪਵਾਉਣ ਵਾਲੇ ਪਾਸੇ ਵੀ ਆਓ, ਤੁਸੀਂ ਲਿਖੋ ਵੀ ਔਰ ਛਪਵਾਓ ਵੀ। ਫਿਰ ਮੈਂ ਕੁਝ ਸਾਲਾਂ ਤੋਂ ਜਿਹੜਾ ਵਾ ਲਿਖਣਾ ਦੁਬਾਰਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਤੇ ਮੈਂ ਬਹੁਤ ਸਾਰੀਆਂ ਟੈਕਸਟ ਬੁੱਕਸ ਹੀ ਲਿਖੀਆਂ ਜੀ, ਦਿੱਲੀ ਦੇ ਸਕੂਲਾਂ 'ਚ ਵੀ ਜਿਹੜੇ ਸਰਕਾਰੀ ਸਕੂਲਾਂ 'ਚ SCRT ਵੱਲੋਂ ਕਿਤਾਬਾਂ ਲੱਗੀਆਂ, ਉਹਨਾਂ 'ਚ ਮੈਨੂੰ ਇੱਕ ਟੀਮ ਵਜੋਂ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਤੇ ਉਹਨਾਂ 'ਚ ਮੈਂ ਬਹੁਤ ਕੰਮ ਕੀਤਾ ਤੇ ਨਾ ਕਿਤਾਬਾਂ 'ਚ ਮੇਰੀਆਂ ਰਚਨਾਵਾਂ ਵੀ ਆ ਤੇ ਇੱਕ ਟੀਮ ਵਜੋਂ ਮੈਂ ਉਹਦੇ 'ਚ ਰਿਵਿਊ ਕਰਨ ਦਾ, ਉਹਨਾਂ ਨੂੰ ਪ੍ਰੂਫ ਰੀਡਿੰਗ ਦਾ ਤੇ ਹੋਰ ਬਹੁਤ ਸਾਰੇ ਕੰਮ ਵੀ ਕੀਤੇ। ਉਹ ਮੇਰੇ ਵਾਸਤੇ ਇੱਕ ਬਹੁਤ ਵਧੀਆ ਤਜਰਬਾ ਸੀ। ਫਿਰ ਉਸ ਤੋਂ ਬਾਅਦ ਮੈਂ ਬਹੁਤ ਸਾਰੀਆਂ ਟੈਕਸਟ ਬੁੱਕਸ ਲਿਖੀਆਂ, ਤਕਰੀਬਨ 18-19 ਟੈਕਸਟ ਬੁੱਕਸ ਲਿਖੀਆਂ, ਜਿਨ੍ਹਾਂ ਵਿੱਚ ਮੇਰੀਆਂ ਬਹੁਤ ਰਚਨਾਵਾਂ ਹੈ, ਮੇਰਾ ਬਹੁਤ ਬਾਲ ਸਾਹਿਤ ਹੈ ਉਹਨਾਂ ਵਿੱਚ ਜੀ। ਤੇ ਫਿਰ ਮੈਂ ਜਿਹੜਾ ਵਾ
ਆਪਣੀ 2018 ਵਿੱਚ ਮੇਰਾ ਕਾਵ ਸੰਗ੍ਰਹਿ ਆਇਆ ਸੀ ਪੰਨਾ ਪੰਨਾ ਜਜ਼ਬਾਤ, ਜਿਹੜਾ ਬਹੁਤ ਪ੍ਰਚਲਿਤ ਹੋਇਆ, ਸਭ ਨੇ ਬਹੁਤ ਪਸੰਦ ਕੀਤਾ। ਔਰ ਅਜੇ ਵੀ ਮੇਰੇ ਕੋਲ, ਮੈਂ ਸੋਚ ਰਹੀ ਹਾਂ ਕਿ ਇਸ ਸਾਲ 1 ਜਾਂ 2 ਕਿਤਾਬਾਂ ਜਿਹੜੀਆਂ ਵਾ ਮੇਰੇ ਕੋਲ ਰਚਨਾਵਾਂ ਇਕੱਠੀਆਂ ਹੋਈਆਂ ਪਈਆਂ, ਤੇ ਮੈਂ ਉਹ ਜਿਹੜੀਆਂ ਵਾ ਜ਼ਰੂਰ ਛਪਵਾਉਣ ਦੀ ਕੋਸ਼ਿਸ਼ ਕਰਾਂਗੀ। ਬਾਕੀ ਬਹੁਤ ਸਾਰੇ ਮੈਗਜ਼ੀਨਾਂ ਵਿੱਚ ਮੇਰੀਆਂ ਆ ਰਹੀਆਂ ਰਚਨਾਵਾਂ, ਕਾਫੀ ਅੱਛੇ ਵੱਡੇ ਵੱਡੇ ਮੈਗਜ਼ੀਨ ਜਿੰਨੇ ਵੀ ਆ ਇਸ ਵਕਤ ਸਭ ਵਿੱਚ ਮੇਰੀਆਂ ਛਪ ਰਹੀਆਂ ਵਾ। ਆਰਟੀਕਲ ਮੈਂ ਲਿਖ ਰਹੀ ਹਾਂ, ਕੁਝ ਖੋਜ ਪੱਤਰ ਮੈਂ ਕੰਮ ਕਰ ਰਹੀ ਹਾਂ, ਕੁਝ ਚੀਜ਼ਾਂ ਤੇ ਖੋਜ ਕਰਕੇ ਉਹ ਖੋਜ ਪੱਤਰ ਲਿਖਣ ਦੀ ਕੋਸ਼ਿਸ਼ ਕਰਦੀ ਹਾਂ। SCRT ਵੱਲੋਂ ਵੀ ਅਸੀਂ ਜਦੋਂ ਸਾਡੇ ਟੀਚਰਸ ਦੇ ਜਿਹੜੇ ਆ ਸੈਮੀਨਾਰ ਹੁੰਦੇ ਆ, ਉਹਨਾਂ 'ਚ ਸਾਨੂੰ ਲਿਖਣ ਦਾ ਮੌਕਾ ਮਿਲਦਾ ਹੈ, ਤੇ ਉਹ ਅਸੀਂ ਅਧਿਆਪਕਾਂ ਵਾਸਤੇ ਲਿਖਦੇ ਹਾਂ। ਇਸ ਤਰ੍ਹਾਂ ਮੇਰਾ ਚੱਲ ਰਿਹਾ ਵਾ। ਪਰ ਹਾਂ, ਜੇ ਮੈਂ ਕੁਝ ਸਾਲ ਪਹਿਲਾਂ ਛਪਵਾਉਣਾ ਸ਼ੁਰੂ ਕਰਦੀ ਤਾਂ ਜਿਹੜਾ ਮੈਂ ਸਾਹਿਤ ਗੁਮਾ ਲਿਆ ਉਹ ਅੱਜ 4-5 ਕਿਤਾਬਾਂ ਦੇ ਰੂਪ ਵਿੱਚ ਜ਼ਰੂਰ ਸਾਹਮਣੇ ਹੁੰਦਾ। ਤੇ ਜਦੋਂ ਤੁਹਾਡੀ ਕਵਿਤਾਵਾਂ ਦੀਆਂ ਜਿਹੜੀਆਂ ਕਿਤਾਬਾਂ ਛਪੀਆਂ, ਤੁਹਾਡੇ ਸਹੁਰੇ ਪਰਿਵਾਰ ਨੇ ਕਿਹੋ ਜਿਹਾ ਮਤਲਬ ਆਪਣਾ ਪ੍ਰਤੀਕਰਨ ਦਿੱਤਾ, ਕਿ ਉਹ ਇਸ ਤੇ ਖੁਸ਼ ਹੋਏ? ਪ੍ਰਤੀਕਰਮ ਅਗਰ ਮੈਂ ਕਹਾਂ ਤੇ ਹਾਂ, ਸਧਾਰਨ ਪ੍ਰਤੀਕਰਮ ਸੀ ਜੀ। ਉਹਨਾਂ ਵਾਸਤੇ। ਹਾਂ ਜੀ, ਵਧੀਆ ਕੀਤਾ, ਚਲੋ ਬਹੁਤ ਵਧੀਆ ਹੋਇਆ, ਬਸ। ਹਾਂ, ਬਾਕੀ ਠੀਕ ਹੈ, ਹਰ ਇੱਕ ਦੀ ਆਪੋ ਆਪਣੀ ਮੇਰੇ ਪਰਿਵਾਰ ਵਿੱਚ ਇਹ ਚੀਜ਼ ਹੈ ਨਹੀਂ। ਅਸਲ 'ਚ ਜਿਸ ਪਰਿਵਾਰ ਚੋਂ ਮੈਂ ਵਾਂ, ਉੱਥੇ ਇਹ ਪਹਿਲੇ ਕੋਈ ਲਿਖਣ ਵਾਲਾ ਨਹੀਂ ਸੀ, ਅਹਿਮੀਅਤ ਨੂੰ ਨਾ ਸਮਝਦੇ ਹੋਣ। ਜੀ ਜੀ, ਬਿਲਕੁਲ ਸਹੀ ਗੱਲ। ਲੇਕਿਨ ਫਿਰ ਵੀ ਉਹਨਾਂ ਦਾ ਇੱਕ ਵਧੀਆ ਲਿਖਿਆ ਜਾਂ ਵਧੀਆ ਕੀਤਾ, ਹੋਰ ਇੱਕ ਜਜ਼ਬਾ ਤੁਹਾਡੇ ਅੰਦਰ ਪੈਦਾ ਹੁੰਦਾ ਕਿ ਚਲੋ ਹੋ ਗਿਆ। ਤਾਂ ਜਦੋਂ ਕੋਈ ਤਾਰੀਫ ਕਰਦਾ ਉਹਨਾਂ ਦੇ ਸਾਹਮਣੇ ਆ ਕੇ ਤਾਂ ਖੁਸ਼ ਹੁੰਦੇ ਆ ਜੀ, ਕੋਈ ਗੱਲ ਨਹੀਂ ਆ। ਪਰ ਮੇਰੇ ਬੱਚੇ, ਆਪਣੇ ਬੱਚੇ ਮੈਨੂੰ ਬਹੁਤ ਪ੍ਰੇਰਨਾ ਦਿੰਦੇ। ਬਸ ਜੀਵਨ ਦੇ ਵਿੱਚ ਐਸੇ ਸਾਥੀ ਮਿਲ ਜਾਂਦੇ, ਚਾਹੇ ਬੱਚਿਆਂ ਦੇ ਰੂਪ ਵਿੱਚ, ਪਤੀ ਦੇ ਰੂਪ ਵਿੱਚ, ਸੋ ਬਹੁਤ ਅੱਛੀ ਸੋਹਣੀ ਗੱਲ ਹੈ। ਤੇ ਤੁਸੀਂ ਕੋਈ ਧਾਰਮਿਕ ਲਿਟਰੇਚਰ ਕਿਸੇ ਰਸਾਲਿਆਂ ਵਿੱਚ ਤੁਸੀਂ ਛਪਾਇਆ ਹੈਗਾ, ਉਹਦੇ ਬਾਰੇ ਤੁਸੀਂ ਬਰੀਫਲੀ ਬਾਰੇ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਬਾਰੇ, ਗੁਰੂ ਨਾਨਕ ਦੇਵ ਜੀ ਬਾਰੇ, ਗੁਰੂ ਅਰਜਨ ਦੇਵ ਜੀ ਬਾਰੇ, ਮਾਤਾ ਗੁਜਰੀ ਜੀ ਬਾਰੇ, ਸਭ ਬਾਰੇ ਰਚਨਾਵਾਂ ਲਿਖੀਆਂ ਹੈ। ਅੱਜ ਮੈਂ ਤੁਹਾਨੂੰ ਮਾਤਾ ਗੁਜਰੀ ਜੀ ਬਾਰੇ ਇੱਕ ਰਚਨਾ ਸੁਣਾਉਣਾ ਚਾਹੁੰਦੀ ਹਾਂ। ਜੀ ਬਿਲਕੁਲ। ਕਿ ਮੈਨੂੰ ਲੱਗਦਾ ਹੈ ਕਿ ਔਰਤਾਂ ਦੀ ਵੀ ਜਿਹੜੀ ਆ ਤਿਆਗ ਔਰ ਕੁਰਬਾਨੀ ਕਿਸੇ ਤਰੀਕੇ ਵੀ ਘੱਟ ਨਹੀਂ ਹੈ ਜੀ। ਮਾਤਾ ਗੁਜਰੀ ਬਾਰੇ ਤੁਹਾਨੂੰ ਪਤਾ ਹੀ ਹੈ, ਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣੇ ਪਤੀ ਨੂੰ, ਪੁੱਤਰ ਨੂੰ, ਪੋਤਰਿਆਂ ਨੂੰ, ਸਭ ਨੂੰ ਸ਼ਹੀਦ ਕਰਵਾ ਲਿਆ ਆਪਣੇ ਕੌਮ ਔਰ ਦੇਸ਼ ਲਈ। ਜੀ। ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਈ? ਕਿੰਜ ਭੋਗਿਆ ਸੰਤਾਪ ਇਕਲਤਾ ਦਾ, ਕਿੰਜ ਭੋਗਿਆ ਸੰਤਾਪ ਇਕਲਤਾ ਦਾ, ਕਿੰਜ ਭਰੀ ਜਵਾਨੀ ਸੀ ਵਾਰੀ ਤੂੰ। ਕਿੰਜ ਭੋਗਿਆ ਸੰਤਾਪ ਇਕਲਤਾ ਦਾ, ਕਿੰਜ ਭਰੀ ਜਵਾਨੀ ਸੀ ਵਾਰੀ ਤੂੰ। ਮਾਤਾ ਗੁਜਰੀ ਤੇਰੇ ਤੇ ਕੀ ਗੁਜ਼ਰੀ, ਮਾਤਾ ਗੁਜਰੀ ਤੇਰੇ ਤੇ ਕੀ ਗੁਜ਼ਰੀ, ਕੀ ਪੀੜਾ ਸੀ ਦਸ ਸਹਾਰੀ, ਕੀ ਪੀੜਾ ਸੀ ਦਸ ਸਹਾਰੀ ਤੂੰ। ਪਤੀ ਤੋਰਿਆ ਹਿੰਦੂ ਧਰਮ ਖਾਤਰ, ਪਤੀ ਤੋਰਿਆ ਹਿੰਦੂ ਧਰਮ ਖਾਤਰ, ਇੱਕ ਵਾਰ ਵੀ ਨਾ ਸੀ ਉਚਾਰੀ ਤੂੰ। ਚੁੰਮ ਲਾਲ ਦਾ ਮੂੰਹ ਤੂੰ ਰਹੀ ਜੀਂਦੀ, ਚੁੰਮ ਲਾਲ ਦਾ ਮੂੰਹ ਤੂੰ ਰਹੀ ਜੀਂਦੀ, ਜ਼ਿੰਦਗੀ ਕੰਢਿਆਂ ਸੰਗ ਗੁਜ਼ਾਰੀ ਤੂੰ। ਮਾਤਾ ਗੁਜਰੀ ਤੇਰੇ ਤੇ ਕੀ ਗੁਜ਼ਰੀ, ਕੀ ਪੀੜਾ ਸੀ ਦਸ ਸਹਾਰੀ। ਯਾਦ ਪਤੀ ਦੀ ਸੀਨੇ ਨਾਲ ਲਾ ਕੇ, ਯਾਦ ਪਤੀ ਦੀ ਸੀਨੇ ਨਾਲ ਲਾ ਕੇ, ਖੂਬ ਆਪਣਾ ਧਰਮ ਨਿਭਾਇਆ ਤੂੰ। ਰੱਖੇ ਪੱਥਰ ਸੀ ਸੀਨੇ ਸਬਰ ਵਾਲੇ, ਰੱਖੇ ਪੱਥਰ ਸੀ ਸੀਨੇ ਸਬਰ ਵਾਲੇ, ਪੁੱਤਰ ਉਸੇ ਰਾਹ ਚਲਾਇਆ ਤੂੰ। ਰੱਖੇ ਪੱਥਰ ਸੀ ਸੀਨੇ ਸਬਰ ਵਾਲੇ, ਪੁੱਤਰ ਉਸੇ ਰਾਹ ਚਲਾਇਆ ਤੂੰ। ਹੱਥੀ ਭੇਜੇ ਪੋਤੇ ਚਮਕੌਰ ਗੜੀ, ਹੱਥੀ ਭੇਜੇ ਪੋਤੇ ਚਮਕੌਰ ਗੜੀ, ਮੌਤ ਲਾੜੀ ਦੇ ਨਾਲ ਵਿਆਹਿਆ।
ਹੱਥੀ ਭੇਜੇ ਪੋਤੇ ਚਮਕੌਰ ਗੜੀ, ਮੌਤ ਮੌਤ ਲਾੜੀ ਦੇ ਨਾਲ ਵਿਆਹਿਆ ਤੂੰ। ਸੀਨਾ ਕੰਬਿਆ ਤਾਂ ਹੋਊ ਤੇਰਾ ਵੀ, ਸੀਨਾ ਕੰਬਿਆ ਤਾਂ ਹੋਊ ਤੇਰਾ ਵੀ, ਉਹ ਘੜੀ ਦੱਸ ਕਿਵੇਂ ਗੁਜ਼ਾਰੀ ਤੂੰ। ਮਾਤਾ ਗੁਜ਼ਰੀ ਤੇਰੇ ਤੇ ਕੀ ਗੁਜ਼ਰੀ, ਕੀ ਪੀੜਾ ਸੀ ਦੱਸ ਸਹਾਰੀ ਤੂੰ। ਠੰਡੇ ਬੁਰਜ ਅੰਦਰ ਤੇਰੇ ਲਾਲ ਕੰਬਦੇ, ਠੰਡੇ ਬੁਰਜ ਅੰਦਰ ਤੇਰੇ ਲਾਲ ਕੰਬਦੇ, ਤੂੰ ਗੋਦੀ ਦੇ ਵਿੱਚ ਲੁਕਾ ਲੈ। ਖੂਨ ਅੱਖੀਆਂ ਚੋਂ ਨਿਕਲਿਆ ਤਾਂ ਹੋਊ ਤੇਰੇ, ਖੂਨ ਅੱਖੀਆਂ ਚੋਂ ਨਿਕਲਿਆ ਤਾਂ ਹੋਊ ਤੇਰੇ, ਉਹ ਹੰਝੂ ਦੱਸ ਕਿਵੇਂ ਛੁਪਾ ਲਏ ਸੀ, ਉਹ ਹੰਝੂ ਦੱਸ ਕਿਵੇਂ ਛੁਪਾ ਲਏ ਸੀ। ਰੋ ਪਈ ਸੀ ਸਰਹੰਦ ਦੀ ਦੀਵਾਰ ਤਤੜੀ, ਰੋ ਪਈ ਸੀ ਸਰਹੰਦ ਦੀ ਦੀਵਾਰ ਤਤੜੀ, ਨਿੱਕੇ ਬਾਲਾਂ ਜੈਕਾਰੇ ਬੁਲਾ ਲਏ ਸੀ। ਦਾਦੇ ਪਿਆਰੇ ਦੀ ਗੋਦ ਜਾ ਬੈਠੇ, ਦਾਦੇ ਪਿਆਰੇ ਦੀ ਗੋਦ ਜਾ ਬੈਠੇ, ਝੱਲੀ ਹੋ ਕਿਵੇਂ ਜ਼ੁਲਮ ਦੀ ਆਰੀ ਤੂੰ। ਮਾਤਾ ਗੁਜਰੀ ਤੇਰੇ ਤੇ ਕੀ ਗੁਜ਼ਰੀ, ਕੀ ਪੀੜਾ ਸੀ ਦੱਸ ਸਹਾਰੀ ਤੂੰ। ਮਾਤਾ ਗੁਜਰੀ ਤੇਰੇ ਤੇ ਕੀ ਗੁਜ਼ਰੀ, ਕੀ ਪੀੜਾ ਸੀ ਦੱਸ ਸਹਾਰੀ, ਕੀ ਪੀੜਾ ਸੀ ਦੱਸ ਸਹਾਰੀ। ਧੰਨ ਧੰਨ ਮਾਤਾ ਗੁਜਰ ਕੌਰ ਜੀ, ਜੀ ਉਹਨਾਂ ਦੀ ਕੁਰਬਾਨੀ, ਪਤੀ ਵਾਰਿਆ, ਪੁੱਤਰ ਵਾਰਿਆ, ਪੋਤਰੇ ਵਾਰੇ, ਫਿਰ ਜੀ ਮੂੰਹ ਤੇ ਸੀ ਵਿਚਾਰੀ। ਬਹੁਤ ਵਧੀਆ ਆਪ ਜੀ ਦੀ ਕਲਮ ਨੇ ਬਹੁਤ ਵਧੀਆ ਲਿਖਿਆ। ਆਪ ਜੀ ਦੀ ਕਲਮ ਬਹੁਤ ਹੀ ਖੂਬ, ਬਹੁਤ ਹੀ ਵਧੀਆ ਲਿਖਦੀ ਹੈ। ਮਾਤਾ ਗੁਜਰੀ ਦੀ ਜਿਹੜੀ ਆਪ ਜੀ ਨੇ ਰਚਨਾ ਸਰਵਣ ਕਰਵਾਈ ਹੈ, ਬਹੁਤ ਹੀ ਸੁੰਦਰ ਲਿਖੀ ਕਿ ਮਾਤਾ ਗੁਜਰੀ ਦੀ ਜਿੰਨੀ ਵੀ ਆਪਾਂ ਸਿਫਤ ਕਰੀਏ, ਉਹਨਾਂ ਦਾ ਕਰਜ਼ ਅਸੀਂ ਨਹੀਂ ਉਤਾਰ ਸਕਦੇ। ਪੁੱਤਰ ਵਾਰਤਾ, ਪਤੀ ਵਾਰਤਾ, ਪੋਤਰੇ ਵਾਰ ਦਿੱਤੇ, ਫਿਰ ਵੀ ਹਾਏ ਤੇ ਸੀ ਨਹੀਂ ਉਚਾਰੀ। ਕਿੰਨਾ ਵੱਡਾ ਜਿਗਰਾ ਮਾਤਾ ਗੁਜਰੀ ਦਾ। ਕੋਟਾਨ ਕੋਟਾਨ ਪ੍ਰਣਾਮ ਐਸੀ ਹਸਤੀ ਨੂੰ, ਐਸੀ ਮਾਤਾ ਨੂੰ ਜਿਹਨੇ ਸਰਬੰਸ ਲੁਟਾ ਕੇ ਵੀ ਸਾਨੂੰ ਸਾਰਿਆਂ ਨੂੰ ਜੀਵਿਤ ਕਰਾਰ ਦਿੱਤਾ। ਕਿ ਭਾਵੇਂ ਕਿ ਅਕਿਰਤ ਗਣ ਹੋ ਗਏ ਆ, ਤੇ ਅਕਿਰਤ ਗਣ ਦਾ ਕਦੀ ਭਰਿਆ ਹੀ ਨਹੀਂ ਜਾ ਸਕਦਾ। ਅਕਿਰਤ ਗਣ ਦੁਨੀਆ ਤੇ ਕਦੀ ਮਨਜ਼ੂਰ ਹੀ ਨਹੀਂ ਹੋ ਸਕਦਾ। ਪਰ ਜਿਹੜੀਆਂ ਮੇਰੀਆਂ ਭੈਣਾਂ ਬਲਵਿੰਦਰ ਕੌਰ ਖੁਰਾਨਾ, ਇਹਨਾਂ ਦੀ ਜਿਹੜੀਆਂ ਕਵਿਤਰੀਆਂ, ਕਵੀ ਕਲਮਾਂ, ਉਹਨਾਂ ਦੀ ਹਸਤੀ ਨੂੰ ਬਿਆਨ ਕਰਦੀਆਂ ਨੇ। ਇਹਨਾਂ ਭੈਣਾਂ ਦਾ ਵੀ ਧੰਨਵਾਦ ਹੈ ਕਿ ਮਿੱਠੇ ਤੇ ਸੁਰੀਲੇ ਆਵਾਜ਼ ਦੇ ਵਿੱਚ ਸੋਹਣੇ ਹਰਫਾਂ ਦੇ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਨੇ। ਮੈਂ ਭੈਣ ਜੀ, ਮੈਨੂੰ ਪਤਾ ਲੱਗਾ ਕਿ ਆਪ ਜੀ ਸਾਵਣ ਦੇ ਮਹੀਨੇ ਵਿੱਚ ਵੀ ਕੁਛ ਨਾ ਕੁਛ ਗੀਤ ਲਿਖੇ ਨੇ। ਸਾਵਣ ਜਿਹੜਾ ਹੁੰਦਾ ਕਿ ਤੀਆਂ ਦਾ ਮੇਲਾ ਹੁੰਦਾ ਹੈ, ਤੀਆਂ ਘਰੇ ਆਉਂਦੀਆਂ ਨੇ, ਪੇਕੇ ਜਾਂਦੀਆਂ ਨੇ, ਜਾਂ ਜਿਵੇਂ ਸਾਡੇ ਕਾਫੀ ਵੱਡਾ ਸੰਘਰਸ਼ ਪਿਛਲੇ ਕੁਛ ਸਮੇਂ ਤੋਂ ਲੱਗਿਆ ਹੈ ਸਾਵਣ ਦੇ ਉੱਪਰ। ਮੇਰਾ ਜਿਹੜਾ ਸਵਾਲ ਹੈ ਕਿ ਸਾਵਣ ਦਾ ਸ਼ਾਇਰਾਂ ਨਾਲ ਕੀ ਰਿਸ਼ਤਾ ਹੈ, ਤੇ ਆਪਣੀ ਕੋਈ ਰਚਨਾ ਜੇ ਸਾਵਣ ਦੇ ਮਹੀਨੇ ਚ ਲਿਖੀ ਹੈ ਮਲਾਰ ਦੇ ਵਿੱਚ, ਆਪ ਜੀ ਸਾਂਝੀ ਕਰੋ। ਦੇਖੋ, ਸਾਵਣ ਜੋ ਹੈ ਇਹਦੇ ਵੀ ਦੋ ਰੰਗ ਹੈ। ਇੱਕ ਪਾਸੇ ਤੇ ਇਹਦਾ ਖੁਸ਼ੀ ਦਾ ਰੰਗ ਹੈ ਜੀ, ਤੇ ਕੁੜੀਆਂ ਪੀਂਘਾਂ ਪਾਉਂਦੀਆਂ, ਨੱਚਦੀਆਂ ਟੱਪਦੀਆਂ, ਬਾਰਿਸ਼ ਦਾ ਮੌਸਮ ਹੈ, ਅੱਛਾ ਲੱਗਦਾ ਹੈ, ਗਰਮੀ ਤੋਂ ਰਾਹਤ ਮਿਲ ਜਾਂਦੀ ਹੈ ਜੀ। ਔਰ ਇੱਕ ਪਾਸੇ ਉਹ ਸਾਡਾ ਕਿਰਤੀ ਵਰਗ ਹੈ, ਮਜ਼ਦੂਰ ਵਰਗ ਹੈ ਜੀ, ਜਿਹਦੇ ਵਾਸਤੇ ਸਾਵਣ ਨੂੰ ਖੁਸ਼ੀਆਂ ਨਹੀਂ ਲੈ ਕੇ ਆਉਂਦਾ। ਜੀ, ਤੇ ਮੈਂ ਵੈਸੇ ਤਾਂ ਕੁੜੀਆਂ ਵਾਸਤੇ ਵੀ, ਖੁਸ਼ੀ ਵਾਸਤੇ ਵੀ ਲਿਖੀ ਹੈ, ਪਰ ਮੈਨੂੰ ਇਹ ਜੋ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਇਹ ਮੈਂ ਅੱਖੀ ਵੇਖਿਆ ਜੀਵਨ ਹੈ ਮਜ਼ਦੂਰਾਂ ਦਾ, ਉਸ ਦਿਨ ਮੈਂ ਲਿਖੀ ਸੀ ਇੱਕ ਕਵਿਤਾ। ਬਿਲਕੁਲ। ਉਹਨਾਂ ਵਾਸਤੇ ਸਾਵਣ ਕੀ ਹੈ, ਬਾਰਿਸ਼ ਕੀ ਹੈ, ਸਾਵਣ ਕੀ ਹੈ, ਤੁਸੀਂ ਉਹ ਮੈਂ ਜ਼ਰੂਰ ਤੁਹਾਨੂੰ ਅੱਜ ਸੁਣਾਉਣਾ ਚਾਹਾਂਗੀ। ਬਿਲਕੁਲ ਆਸ਼ਾ।
कविता है एक के ही रुत आई, एक के ही रुत आई वे सजना, एक के ही रुत आई, एक के ही रुत आई वे सजना, एक के ही रुत आई, हंजुआ छहबर लाई वे सजना, हंजुआ छहबर लाई वे सजना, एक के ही रुत आई, एक के ही रुत आई वे सजना, एक के ही रुत आई। काले बदल चढ़ चढ़ आए, रूता पंछी तड़फी जाए, बागी मोर पपीहे गावन, दिल साडे नू अग्गां लावन, चिंता जिंद सुलगाई वे सजना, एक के ही रुत आई, एक के ही रुत आई वे सजना, एक के ही रुत आई। जद भी पानी छम छम वरदा, जद भी पानी छम छम वरदा, नाल गमां दे कोठा भरदा। वाह, जद भी पानी छम छम वरदा, नाल गमां दे कोठा भरदा, छत्तां विचों सुपने चोंदे। छत्तां चोंदियां तुसीं देखिया? बिल्कुल देखिया। छत्तां विचों सुपने चोंदे, गिले बिस्तर बच्चे रोंदे, जिंद पीड़ा संग नहाई वे सजना, जिंद पीड़ा संग नहाई वे सजना, एक के ही रुत आई, एक के ही रुत आई वे सजना, एक के ही रुत आई। सुकने पाए गम सी जेड़े, सुकने पाए गम सी जेड़े, नाल हंजुआ भरते वेड़े, सुकने पाए गम सी जेड़े, नाल हंजुआ भरते वेड़े, ठंडे पै गए चुल्हे चौके, सीने विचों निकले औके, भुख पीड़ा संग विहाई वे सजना, भुख पीड़ा संग विहाई वे सजना, एक के ही रुत आई, एक के ही रुत आई वे सजना, एक के ही रुत आई। कवियां गीत वसल दे गाए, कवियां गीत वसल दे गाए, सानू भुख पेट दी खाए। वाह, अजे भी दर्द होर ने चखने जी, अजे भी दर्द होर ने चखने, कम तो मुड़े हाँ अज भी सखने। बिल्कुल अजे भी दर्द होर ने चखने, कम तो मुड़े हाँ अज भी सखने, किसे खैर ना सानू पाई वे सजना, किसे खैर ना सानू पाई वे सजना, एक के ही रुत आई, एक के ही रुत आई वे सजना, एक के ही रुत आई, एक के ही रुत आई। बहुत धन्यवाद जी। बहुत ही ਵਧੀਆ ਸਾਵਣ ਦੀ ਆਪਨੇ ਜਿਹੜੀ ਕਵਿਤਾ ਸਰਵਨ ਕਰਵਾਈ ਹੈ, ਕਿਉਂਕਿ ਅੱਜ ਵਾਕਿਆ ਕਿ ਪੁੱਛਣਾ ਹੈ ਕਿ ਪਿਛਲੇ 7 ਮਹੀਨਿਆਂ ਤੋਂ ਕਿਸਾਨ ਬਾਰਡਰਾਂ ਤੇ ਬੈਠਾ ਹੈ, ਸੰਘਰਸ਼ ਕਰੀ ਜਾਂਦਾ ਹੈ। ਬਿਲਕੁਲ ਜੀ, ਮੀਂਹ ਪੈਂਦਾ ਹੈ, ਟੈਂਟ ਭਿੱਜ ਜਾਂਦੇ ਨੇ, ਚੌਂਦੇ ਨੇ, ਬਿਸਤਰ ਗਿੱਲੇ ਹੁੰਦੇ ਨੇ, ਦਾ ਵੀ ਇਹੀ ਹਾਲ ਹੈ। ਬਿਲਕੁਲ ਜੀ, ਤੇ ਉਹਦੇ ਉੱਪਰ ਹੀ ਢੁਕਵੀਂ ਆਪ ਜੀ ਨੇ ਜੋ ਸੁਣਾਈ ਹੈ, ਬਹੁਤ ਖੂਬ। ਕਿਉਂਕਿ ਇਸ ਨਾਲ ਨਾਲ ਸਾਵਣ ਦੇ ਨਾਲ ਨਾਲ ਸੰਘਰਸ਼, ਕਿਸਾਨੀ ਸੰਘਰਸ਼ ਨੂੰ ਵੀ ਆਪਾਂ ਸਭ ਨੇ ਰਲ ਮਿਲ ਕੇ ਇੱਕ ਸਪੋਰਟ ਦੇਣੀ, ਹਾਂ ਦਾ ਨਾਰਾ ਵਿੱਚ ਮਾਰਨਾ ਹੈ। ਉਹ ਕਲਮ ਆਪ ਜੀ ਦੀ ਬਹੁਤ ਹੀ ਵਧੀਆ ਤੇ ਸੁਨਹਿਰੀ ਲਿਖਦੀ ਹੈ। ਆਖਰੀ ਮਿੰਟ ਦੇ ਵਿੱਚ ਆਪ ਜੀ ਆਵਾਮ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਪਨੀਰੀ ਨੂੰ ਕੋਈ ਵਧੀਆ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਦੇ ਦਿਓ, ਫਿਰ ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਦੇ ਹਾਂ। ਬਸ ਮੇਰਾ ਸੁਨੇਹਾ ਤੇ ਸਭ ਨੂੰ ਇਹੀ ਹੈ ਕਿ ਅਸੀਂ ਜੋ ਵੀ ਲਿਖੀਏ ਸੱਚ ਲਿਖੀਏ। ਜੇ ਕਲਮ ਚੋਂ ਸੱਚ ਨਹੀਂ ਨਿਕਲਦਾ ਤਾਂ ਸਮਾਜ ਟੁੱਟ ਜਾਂਦਾ ਹੈ। ਕਲਮ ਨੂੰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਤੇ ਸੱਚਾਈ ਦੇ ਬਾਰੇ ਚ ਹੀ ਲਿਖਣਾ ਚਾਹੀਦਾ ਹੈ। ਬਾਕੀ ਸਮਾਜ ਕਿਸੇ ਇੱਕ ਦਿਨ ਚ ਨਹੀਂ ਬਦਲਦਾ, ਹੌਲੀ ਹੌਲੀ ਸਾਨੂੰ ਬਦਲਣਾ ਪਏਗਾ।
ਮੈਂ ਸਮਝਦੀ ਹਾਂ ਕਿ ਅਸੀਂ ਜੋ ਦੇਖਿਆ ਧੀਆਂ ਨਾਲ ਭੇਦਭਾਵ ਅਸੀਂ ਅੱਜ ਨਾ ਕਰੀਏ ਆਪਣੀਆਂ ਧੀਆਂ ਦੇ ਨਾਲ, ਆਪਣੀਆਂ ਨੂੰਹਾਂ ਦੇ ਨਾਲ। ਬਿਲਕੁਲ ਤੇ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ ਦੇਈਏ, ਉਹ ਸੰਸਕਾਰ ਦੇਈਏ। ਅਗਰ ਇਹ ਕਿਹਾ ਜਾਂਦਾ ਹੈ ਕਿ ਕੁੜੀਆਂ ਵਿਗੜ ਜਾਂਦੀਆਂ ਤੇ ਮਾਂ-ਬਾਪ ਦੀ ਬੇਇੱਜ਼ਤੀ ਹੁੰਦੀ, ਜੇ ਮੁੰਡੇ ਵਿਗੜਦੇ ਆ ਤਾਂ ਉਹ ਵੀ ਤਾਂ ਕਿਸੇ ਕੁੜੀ ਨੂੰ ਵਿਗਾੜਦੇ ਹੀ ਆ, ਕਿਸੇ ਦੀ ਕੁੜੀ ਨੂੰ। ਤੇ ਇਸ ਲਈ ਥੋੜੇ ਜਿਹੇ ਸੰਸਕਾਰ ਅਸੀਂ ਮੁੰਡਿਆਂ ਨੂੰ ਵੀ ਦੇਈਏ ਤਾਂ ਕਿ ਉਹ ਸਮਾਜ ਵਿੱਚ ਧੀਆਂ ਭੈਣਾਂ ਦੀ ਇੱਜ਼ਤ ਕਰਨਾ ਸਿੱਖ ਜਾਣ। ਬਿਲਕੁਲ ਔਰ ਬਹੁਤ ਜੀ ਵਧੀਆ ਵਿਚਾਰ ਆਪ ਜੀ ਨੇ ਕਿ ਧੀਆਂ ਤੇ ਪੁੱਤਰਾਂ ਨੂੰ ਜੀ ਅਸੀਂ ਕਹਿੰਦੇ ਆ ਧੀਆਂ ਵਿੱਚ ਕੋਈ ਵਿਤਕਰਾ ਨਾ ਰੱਖੋ ਤੇ ਪੁੱਤਰਾਂ ਨੂੰ ਵੀ ਥੋੜਾ ਜਿਹਾ ਘਰ ਘਰੇਲੂ ਦੀਆਂ ਸੰਸਕਾਰ ਵਿਚਾਰ ਦਿਓ ਜੀ ਜੀਵਨ ਦੇ, ਕਿਉਂਕਿ ਅੱਜ ਦੇ ਸਮੇਂ 'ਚ ਜਦੋਂ ਕੋਈ ਕਿਸੇ ਨੂੰ ਊਚ ਨੀਚ ਭਿੰਨ ਭੇਦ ਦੀ ਗੱਲ ਕਰਦਾ ਤਾਂ ਗੱਲ ਹੀ ਸਿਰਫ ਔਰਤ ਤੇ ਹੀ ਆ ਕੇ ਟੁਕਦੀ ਹੈ ਤੇ ਔਰਤ ਨੂੰ ਦਿੱਤੀ ਜਾਂਦੀ ਹੈ। ਸੋ ਇਹੋ ਜਿਹੀ ਗੱਲਾਂ ਨਾ ਧੀਆਂ ਦੇ ਮੂੰਹ ਚੋਂ ਚੰਗੀਆਂ ਲੱਗਦੀਆਂ ਨੇ ਤੇ ਨਾ ਹੀ ਪੁੱਤਰਾਂ ਦੇ। ਜੇ ਸੋਹਣੇ ਸਮਾਜ ਦੀ ਸਿਰਜਣਾ ਕਰਨੀ ਹੈ, ਇੱਕ ਗੁਲਦਸਤੇ ਵਾਂਗੂ ਘਰ ਦੇ ਵਿੱਚ ਰਹਿਣਾ, ਪਰਿਵਾਰ ਵਿੱਚ ਸਮਾਜ ਵਿੱਚ ਵਿਚਰਨਾ ਤਾਂ ਆਪਣੀ ਬੋਲੀ, ਆਪਣੀ ਸ਼ਬਦਾਵਲੀ ਨੂੰ ਸੁਨਹਿਰਾ ਤੇ ਸੋਹਣਾ ਬਣਾ ਕੇ ਚੰਗੇ ਭਵਿੱਖ ਦੀ ਉਸਾਰੀ ਕਰੀਏ। ਮੈਂ ਬਲਵਿੰਦਰ ਕੌਰ ਖੁਰਾਣਾ ਜੀ ਦਾ ਬਹੁਤ ਬਹੁਤ ਰਹਿਣੀ ਹੈ ਧੰਨਵਾਦਾਂ ਕਰਦੀ ਹਾਂ। ਆਪ ਜੀ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈਗੀ ਹੈ। ਮੈਂ ਕੋਸ਼ਿਸ਼ ਕਰਾਂਗੀ ਕਿ ਆਉਣ ਵਾਲੇ ਸਮੇਂ 'ਚ ਆਪ ਜੀ ਨੂੰ ਫਿਰ ਸਦਾ ਦੇ ਕੇ ਆਪ ਜੀ ਦੀਆਂ ਖੂਬਸੂਰਤ ਰਚਨਾਵਾਂ ਸਰਵਣ ਕਰੀਏ ਤੇ ਦਰਸ਼ਕਾਂ ਨੂੰ ਆਪ ਜੀ ਦੀਆਂ ਸੁਨਹਿਰੀ ਕਲਮਾਂ ਦਾ ਜੋ ਪਾਰ ਹੈ, ਉਹ ਜੋ ਬਲ ਹੈ, ਉਹਦੇ ਨਾਲ ਜਾਣੂ ਕਰਵਾਈਏ। ਸੋ ਧੰਨਵਾਦ ਸਾਰਿਆਂ ਦਾ। ਆਪ ਜੀ ਪ੍ਰੋਗਰਾਮ ਸਾਰੇ ਸਰੋਤਿਆਂ ਦੇਖਦੇ ਰਹਿਣਾ, ਆਪਣੇ ਕਮੈਂਟ ਦੇਣਾ, ਕੋਈ ਗੱਲ ਚੰਗੀ ਲੱਗੇ ਜ਼ਰੂਰ ਦੱਸਣਾ, ਜਿੱਥੇ ਆਪ ਜੀ ਨੂੰ ਲੱਗੇ ਕਿ ਅਸੀਂ ਸੁਧਾਰ ਕਰ ਸਕਦੇ ਹਾਂ ਉਹਦੇ ਬਾਰੇ ਵੀ ਕਮੈਂਟ ਕਰਕੇ ਦੱਸ ਦੇਣਾ। ਧੰਨਵਾਦ ਬਲਵਿੰਦਰ ਕੌਰ ਜੀ, ਨਿੱਘਾ ਸਵਾਗਤ ਹੈ ਪੰਜਾਬੀ ਵਿਰਸੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਔਰ ਤੁਹਾਡੇ ਚੈਨਲ ਦੀ ਪੂਰੀ ਟੀਮ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਆਪ ਜੀ ਨੂੰ ਬਹੁਤ ਬਹੁਤ ਜੀ ਨੂੰ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।